जनवरी 2018 'ਚ ਇੱਕ ਅਜਿਹਾ ਹਾਦਸਾ ਸਾਡੇ ਮੁਲਕ 'ਚ ਵਾਪਰਦਾ ਹੈ ਜਿਸ ਨੇ ਪੂਰੇ ਦੇਸ਼ ਵਿੱਚ ਗੁੱਸਾ ਪੈਦਾ ਕੀਤਾ। ਜੰਮੂ ਕਸ਼ਮੀਰ ਦੇ ਕਠੂਆ ਦੇ ਨਜ਼ਦੀਕ ਪਿੰਡ ਰਸਾਨਾ 'ਚ ਮੁਸਲਿਮ ਬੱਕਰਵਾਲ ਭਾਈਚਾਰੇ ਦੀ ਇੱਕ ਬੱਚੀ ਆਸਿਫਾ ਬਾਨੂ ਨੂੰ ਅਗਵਾ ਕਰਕੇ ਬਲਾਤਕਾਰ ਕਰਨ ਤੋਂ ਬਾਅਦ ਬਹੁਤ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ। 10 ਜਨਵਰੀ ਨੂੰ ਅਗਵਾ ਹੋਈ ਬੱਚੀ ਦੀ ਲਾਸ਼ ਕਈ ਦਿਨਾਂ ਬਾਅਦ ਬਹੁਤ ਬੁਰੀ ਹਾਲਤ 'ਚ ਮਿਲਦੀ ਹੈ। ਇਸ ਕੇਸ 'ਚ ਅਪ੍ਰੈਲ 2018 'ਚ 8 ਵਿਅਕਤੀਆਂ ਵਿਰੁੱਧ ਦੋਸ਼ ਪੱਤਰ ਅਦਾਲਤ ਵਿੱਚ ਦਾਖਲ ਹੁੰਦਾ ਹੈ ਤੇ ਇਸ ਕੇਸ 'ਚ ਬਹੁਤ ਵੱਡੀ ਭੂਮਿਕਾ ਨਿਭਾਉਣ ਦਾ ਸਿਹਰਾ ਦੀਪਿਕਾ ਰਜਾਵਤ ਨੂੰ ਜਾਂਦਾ ਹੈ, ਜਿਨ੍ਹਾਂ ਨੇ ਇਸ ਕੇਸ ਦੇ ਮੁਲਜ਼ਮਾਂ ਦਾ ਸਮਰਥਨ ਕਰ ਰਹੇ ਉਹਨਾਂ ਲੋਕਾਂ ਦੀਆਂ ਧਮਕੀਆਂ ਦੀ ਪਰਵਾਹ ਕੀਤੇ ਬਿਨਾਂ ਚਾਰਜ ਸ਼ੀਟ ਦਾਖਲ ਕਰਵਾਉਣ ਲਈ ਬੜੀ ਦਲੇਰੀ ਨਾਲ ਲੜਾਈ ਲੜੀ, ਜਿਨ੍ਹਾਂ ਨੇ ਇਸ ਕੇਸ 'ਚ ਸਰਕਾਰੀ ਦਖਲ-ਅੰਦਾਜ਼ੀ ਕਰਾਉਣ 'ਚ ਕੋਈ ਕਸਰ ਨਹੀਂ ਰਹਿਣ ਦਿੱਤੀ। ਇੱਥੋਂ ਤੱਕ ਕਿ ਇਸ ਕੇਸ 'ਚ ਨਾਮਜ਼ਦ ਮੁਲਜ਼ਮਾਂ ਦੇ ਹੱਕ 'ਚ ਤਿਰੰਗਾ ਰੈਲੀ ਤੱਕ ਵੀ ਕੱਢੀ ਗਈ। ਪਰ ਉਸ ਤੋਂ ਬਾਅਦ ਜਦੋਂ ਕੇਸ ਪਠਾਨਕੋਟ 'ਚ ਤਬਦੀਲ ਹੁੰਦਾ ਤਾਂ ਐਡਵੋਕੇਟ ਮੁਬੀਨ ਫਾਰੂਕੀ ਬੱਚੀ ਆਸਿਫਾ ਨੂੰ ਇਨਸਾਫ ਦਿਵਾਉਣ ਲਈ ਇਸ ਕੇਸ ਨੂੰ ਆਪਣੇ ਹੱਥ 'ਚ ਲੈਂਦੇ ਨੇ, ਜਿਹੜੇ ਕਿ ਪੰਜਾਬ ਦੇ ਸ਼ਹਿਰ ਮਲੇਰਕੋਟਲਾ ਦੇ ਵਾਸੀ ਨੇ। ਵੇਖੋ ਚੈਨਲ 20 ਸੋਸ਼ਲ ਵੱਲੋਂ ਉਹਨਾਂ ਨਾਲ ਕੀਤੀ ਇੱਕ ਸੰਖੇਪ ਮੁਲਾਕਾਤ। ਸਰ, ਸਭ ਤੋਂ ਪਹਿਲਾਂ ਮੈਂ ਇਸ ਕੇਸ ਬਾਰੇ ਹੀ ਥੋੜ੍ਹੀ ਜਿਹੀ ਡਿਟੇਲ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿ ਜਦੋਂ 10 ਜਨਵਰੀ 2018 ਦੇ ਵਿੱਚ ਆਸਿਫਾ ਜਿਹੜਾ ਕਤਲ ਕੇਸ ਆ ਉਹ ਸਾਹਮਣੇ ਆਉਂਦਾ, ਜੰਮੂ ਕਸ਼ਮੀਰ ਦਾ ਜਿਹੜਾ ਭਾਰਤ ਦੀ ਹੱਦ ਦੇ ਅੰਦਰ ਕਠੂਆ ਜ਼ਿਲ੍ਹਾ ਪੈਂਦਾ, ਉਸ ਦੇ ਪਿੰਡ ਰਸਾਨਾ ਦੇ ਵਿੱਚ ਇਹ ਕੇਸ ਹੁੰਦਾ, ਪਰ ਪੂਰੇ ਵਿਸ਼ਵ ਦੇ ਵਿੱਚ ਇਸ ਕੇਸ ਦੀ ਚਰਚਾ ਹੁੰਦੀ ਆ। ਤਾਂ ਪਹਿਲਾਂ ਮੈਂ ਇਹੀ ਚਾਹੂੰਗੀ ਕਿ ਇਸ ਕੇਸ ਬਾਰੇ ਜਿਹੜੀ ਥੋੜ੍ਹੀ ਜਿਹੀ ਡਿਟੇਲ ਤੁਸੀਂ ਪਹਿਲਾਂ ਮੇਰੇ ਨਾਲ ਸਾਂਝੀ ਕਰੋ। ਜਿਸ ਤਰ੍ਹਾਂ ਮੀਡੀਆ ਦੇ ਜ਼ਰੀਏ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਪਹੁੰਚ ਚੁੱਕੀ ਹੈ ਕਿ ਉੱਥੇ ਕਠੂਆ ਦੇ ਵਿੱਚ ਰਸਾਨਾ ਪਿੰਡ ਦੇ ਵਿੱਚ ਜੋ ਬੱਚੀ ਦੇ ਨਾਲ ਇੱਕ ਬਹੁਤ ਹੀ ਦਰਿੰਦਗੀ ਹੋਈ ਸੀ ਔਰ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਤਾਂ ਜ਼ਿਆਦਾਤਰ ਤਾਂ ਮੀਡੀਆ ਵੱਲੋਂ ਦੱਸ ਹੀ ਦਿੱਤਾ ਜਾ ਚੁੱਕਿਆ, ਸਾਰੀ ਦੁਨੀਆ ਦੇ ਵਿੱਚ ਪਤਾ, ਬਟ ਫਿਰ ਵੀ ਇੱਕ ਵਾਰੀ ਤੁਹਾਨੂੰ ਦੁਬਾਰਾ ਦੱਸਣੇ ਕਿ 10 ਜਨਵਰੀ ਨੂੰ ਇੱਕ ਬੱਚੀ 8 ਸਾਲ ਦੀ ਰਸਾਨਾ ਪਿੰਡ ਦੇ ਵਿੱਚੋਂ ਮੁਹੰਮਦ ਯੂਸਫ ਜੋ ਉਹਦੇ ਫਾਦਰ ਨੇ, ਉਹਨਾਂ ਦੀ ਬੱਚੀ ਸੀ ਇਹ, ਔਰ ਇਹ ਜਦੋਂ ਉੱਥੋਂ ਗਾਇਬ ਹੋ ਜਾਂਦੀ ਹੈ, ਪਤਾ ਨਹੀਂ ਚੱਲਦਾ, ਘਰ ਵਾਪਸ ਨਹੀਂ ਆਉਂਦੀ, ਘੋੜੇ ਚਰਾਉਣ ਗਈ ਹੋਈ। ਤਾਂ ਵਾਪਸੀ ਦੇ ਵਿੱਚ ਜਦੋਂ ਘਰਦਿਆਂ ਵੱਲੋਂ ਭਾਲ ਕੀਤੀ ਜਾਂਦੀ ਹੈ, ਨਹੀਂ ਮਿਲਦੀ, ਤਾਂ ਉਹਨਾਂ ਵੱਲੋਂ ਇੱਕ ਇਨਫੋਰਮੇਸ਼ਨ ਲੋਕਲ ਥਾਣੇ ਦੇ ਵਿੱਚ ਦਿੱਤੀ ਜਾਂਦੀ ਹੈ ਕਿ ਇਸ ਤਰੀਕੇ ਸਾਡੀ ਬੱਚੀ ਰੋਜ਼ ਜਾਂਦੀ ਸੀ ਅਤੇ ਆਹ ਸ਼ਾਮ ਦੇ ਟਾਈਮ ਵਾਪਸ ਆ ਜਾਂਦੀ ਸੀ ਘੋੜੇ ਚਰਾ ਕੇ, ਪਰ ਵਾਪਸ ਆਈ ਨਹੀਂ ਹੈਗੀ। ਤਾਂ ਉਸ ਤੋਂ ਬਾਅਦ ਉਹਦੀ ਮਿਸਿੰਗ ਦੀ ਇੱਕ ਕੰਪਲੇਂਟ ਦਿੱਤੀ ਜਾਂਦੀ ਹੈ ਔਰ ਉਹਦੇ 'ਤੇ ਇੱਕ FIR ਵੀ ਦਰਜ ਕੀਤੀ ਜਾਂਦੀ ਹੈ 11 ਤਰੀਕ ਨੂੰ। ਉਸ ਤੋਂ ਬਾਅਦ ਜਦੋਂ ਫੈਮਿਲੀ ਵੱਲੋਂ ਭਾਲ ਕੀਤੀ ਜਾਂਦੀ ਹੈ, ਹੋਰ ਜਿਹੜੇ ਉੱਥੇ ਦੇ ਗੁੱਜਰ ਬੱਕਰਵਾਲ ਬਰਾਦਰੀ ਸੀਗੀ, ਉਹ ਰਿਸ਼ਤੇਦਾਰ ਸੀ ਉਹਨਾਂ ਦੇ ਜਾਂ ਹੋਰ ਬੰਦੇ ਸੀਗੇ, ਉਹਨਾਂ ਨੂੰ ਨਾਲ ਲਿਜਾ ਕੇ, ਤਾਂ ਉਹ ਨਹੀਂ ਮਿਲਦੀ ਹੈਗੀ ਬੱਚੀ। ਤਾਂ ਇਨ ਬਿਟਵੀਨ ਜਦੋਂ ਉਹਦੇ ਪੇਰੈਂਟਸ ਉਹਨੂੰ ਲੱਭ ਰਹੇ ਹੁੰਦੇ ਨੇ, ਤਾਂ ਜਿਹੜਾ ਇੱਕ ਉੱਥੇ ਦੱਸਿਆ ਗਿਆ ਸੀਗਾ ਕਿ ਇੱਕ ਦੇਵ ਸਥਾਨ ਜੋ ਉੱਥੋਂ ਪਿੰਡ ਤੋਂ 2 ਕਿਲੋਮੀਟਰ ਦੂਰ ਸੀਗਾ, ਉੱਥੇ ਵੀ ਜਾਂਦੇ ਨੇ ਲੱਭਣ, ਮਗਰ ਨਹੀਂ ਮਿਲਦੀ। ਤਾਂ 6 ਦਿਨ ਬਾਅਦ ਸਮਝ ਲਓ ਬੱਚੀ ਦੀ ਲਾਸ਼ ਹੈ ਜਿਹੜੀ ਉਹ ਜੰਗਲ ਦੇ ਵਿੱਚੋਂ ਮਿਲਦੀ ਹੈ। ਉਸ ਤੋਂ ਬਾਅਦ ਜਿਹੜਾ ਕੇਸ ਹੈ ਉਹ ਲੋਕਲ ਪੁਲਿਸ ਜਿਹੜੀ ਉੱਥੇ ਦੀ ਸੀਗੀ ਉਹ ਦੇਖ ਰਹੀ ਹੁੰਦੀ ਹੈ। ਤਾਂ ਜਦੋਂ ਲੋਕਾਂ ਦਾ ਪ੍ਰੋਟੈਸਟ ਹੁੰਦਾ, ਜਦੋਂ ਲੋਕ ਸੜਕਾਂ 'ਤੇ ਆਉਂਦੇ ਨੇ, ਅਤੇ ਉਸ ਤੋਂ ਬਾਅਦ ਜਦੋਂ ਬੱਚੀ ਦੀ ਲਾਸ਼ ਦੇਖ ਕੇ ਕਿ ਇੰਨਾ ਦਰਿੰਦਗੀ ਦੇ ਨਾਲ ਇਹਦਾ ਕਤਲ ਕੀਤਾ ਗਿਆ, ਜਦੋਂ ਉੱਥੇ ਦੇ ਲੋਕ ਸਾਰੇ ਧਰਮਾਂ ਦੇ ਜਦੋਂ ਉਹਨਾਂ ਦੇ ਹਿਰਦੇ ਬਲੂੰਗੜੇ ਜਾਂਦੇ ਨੇ, ਤਾਂ ਉਹ ਬੰਦੇ ਜਾ ਕੇ ਉੱਥੇ ਪ੍ਰੋਟੈਸਟ ਕਰਦੇ ਨੇ। ਉਸ ਤੋਂ ਬਾਅਦ ਜਦੋਂ ਪ੍ਰੋਟੈਸਟ ਨੂੰ ਦੇਖਦੇ ਹੋਏ ਕਸ਼ਮੀਰ ਵਾਦੀ ਦੇ ਵਿੱਚ ਵੀ ਪ੍ਰੋਟੈਸਟ ਹੁੰਦਾ ਇਹਦੇ ਬਾਰੇ, ਤਾਂ ਉੱਥੇ ਦੀ ਜਿਹੜੀ ਗਵਰਨਮੈਂਟ ਸੀਗੀ ਉਸ ਟਾਈਮ ਦੀ, ਮੈਡਮ ਮਹਿਬੂਬਾ ਮੁਫਤੀ ਜੀ ਸੀਗੇ, ਉਹਨਾਂ ਵੱਲੋਂ ਇਹ ਕੇਸ ਹੈ ਜਿਹੜਾ ਪਹਿਲਾਂ ਤਾਂ ਇਹ ਆਵਾਜ਼ ਚੱਕੀ ਗਈ ਸੀ ਕਿ ਇਹ CBI ਨੂੰ ਦਿੱਤਾ ਜਾਵੇ, ਬਟ ਉਹਨਾਂ ਨੇ ਕਿਹਾ ਵੀ ਅਸੀਂ ਆਪਣੀ ਸਟੇਟ ਦੇ ਵਿੱਚ ਹੀ ਜਿਹੜਾ ਕ੍ਰਾਈਮ ਬ੍ਰਾਂਚ ਹੈ, ਕ੍ਰਾਈਮ ਬ੍ਰਾਂਚ ਸਟੇਟ ਦੀ CBI ਹੁੰਦੀ ਹੈ ਇੱਕ ਤਰ੍ਹਾਂ ਦੀ, ਤਾਂ ਉਹਨਾਂ ਨੇ ਉਹਨਾਂ ਨੂੰ ਉਹ ਕੇਸ ਟ੍ਰਾਂਸਫਰ ਕਰਤਾ। ਤਾਂ ਉਹਨਾਂ ਨੇ ਬਹੁਤ ਮਿਹਨਤ ਨਾਲ ਜਿਹੜੇ ਕ੍ਰਾਈਮ ਬ੍ਰਾਂਚ ਦੇ ਆਫੀਸ਼ੀਅਲ ਸੀਗੇ, ਬਹੁਤ ਹੀ ਜ਼ਿਆਦਾ ਉਹਨਾਂ ਦੀ ਮਿਹਨਤ ਹੋਈ ਹੈ ਅਤੇ ਉਹਨਾਂ ਵੱਲੋਂ ਇਹ ਕੇਸ ਕਰੈਕ ਕੀਤਾ ਗਿਆ। ਇਹਦੇ ਵਿੱਚ 8 ਬੰਦਿਆਂ ਨੂੰ ਦੋਸ਼ੀ ਬਣਾਇਆ ਗਿਆ ਸੀ। ਤਾਂ 8 ਬੰਦੇ ਇੱਕ ਖਾਸ ਕਮਿਊਨਿਟੀ ਦੇ ਨਾਲ ਤਾਲੁਕ ਰੱਖਦੇ ਸੀ, ਜਿਹਦੇ ਕਰਕੇ ਉੱਥੇ ਜਿਹੜਾ ਆਪਸ ਦੇ ਵਿੱਚ ਇੱਕ ਤਨਾਜ਼ਾ ਪੈਦਾ ਹੋ ਗਿਆ, ਜੋ
ਇਸ ਟਾਈਮ ਰਾਜਨੀਤੀ ਦਾ ਵੀ ਭਾਰਤ ਦੀ ਹਿੱਸਾ ਹੈ, ਹਿੰਦੂ ਮੁਸਲਿਮ ਵਾਲਾ ਜੋ ਇੱਕ ਚੱਲ ਰਿਹਾ ਹੈ, ਉਹਦੇ ਨਾਲ ਕੀ ਹੋਇਆ ਕਿ ਉਹ ਕੁਝ ਲੋਕ ਜੋ ਐਸੀ ਮਾਨਸਿਕਤਾ ਦੇ ਸੀਗੇ ਬੰਦੇ, ਤਾਂ ਉਹਨਾਂ ਵੱਲੋਂ ਮੁਜਰਮਾਂ ਨੂੰ, ਜਿਹੜੇ ਉਸੇ ਮੁਲਜ਼ਮ ਸੀਗੇ ਹੁਣ ਮੁਜਰਮ ਸਾਬਿਤ ਹੋ ਗਏ, ਉਹਨਾਂ ਨੂੰ ਡਿਫੈਂਡ ਕਰਨ ਲਈ ਪ੍ਰੋਟੈਸਟ ਕਰਨੇ ਸ਼ੁਰੂ ਕਰ ਦਿੱਤੇ ਗਏ ਕਿ ਉਹਨਾਂ ਨੂੰ ਛੱਡਿਆ ਜਾਵੇ, ਰਿਲੀਜ਼ ਕੀਤਾ ਜਾਵੇ। ਮਗਰ ਜੋ ਕ੍ਰਾਈਮ ਬ੍ਰਾਂਚ ਸੀ ਉਹਨਾਂ ਕੋਲ ਸਫੀਸ਼ੀਐਂਟ ਐਵੀਡੈਂਸ ਸੀਗਾ ਕਿ ਇਹ ਬੰਦੇ ਦੋਸ਼ੀ ਨੇ। ਉਸ ਤੋਂ ਬਾਅਦ ਇੱਕ ਉਹਨਾਂ ਦੇ ਵਿੱਚ ਜੁਵਨਾਈਲ ਸੀਗਾ ਅਤੇ 7 ਬੰਦੇ ਜਿਹੜੇ ਸੀਗੇ ਉਹਨਾਂ ਦਾ ਜੋ ਟਰਾਇਲ ਸੀ ਉਹ ਆਨਰੇਬਲ ਸੁਪਰੀਮ ਕੋਰਟ ਵੱਲੋਂ ਉਹ ਪੰਜਾਬ ਦੇ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਸੀਗਾ ਕੇਸ। ਤਾਂ ਉਸ ਤੋਂ ਬਾਅਦ ਜਦੋਂ ਅਸੀਂ ਫੈਮਿਲੀ ਨੂੰ ਮਿਲੇ, ਮਾਫ ਕਰਨਾ ਮੈਂ ਤੁਹਾਨੂੰ ਇੱਥੇ ਰੋਕ ਰਹੀ ਹਾਂ, ਤੁਹਾਡਾ ਇਸ ਕੇਸ ਨਾਲ ਮਤਲਬ ਜਿਵੇਂ ਤੁਸੀਂ ਮਲੇਰਕੋਟਲਾ ਪੰਜਾਬ 'ਚ ਰਹਿੰਦੇ ਹੋ, ਕੇਸ ਸੀ ਜਿਹੜਾ ਜੰਮੂ ਕਸ਼ਮੀਰ ਸਟੇਟ ਦਾ ਸੀ, ਤੁਹਾਡਾ ਇਸ ਕੇਸ ਨਾਲ ਜੁੜਨਾ ਕਿਵੇਂ ਹੁੰਦਾ ਹੈ? ਅਸੀਂ ਜਿੱਦਾਂ ਇੱਕ ਹੱਕ ਦੀ ਆਵਾਜ਼ ਬੁਲੰਦ ਕਰਨ ਲਈ ਇੱਥੇ ਵੀ ਪੰਜਾਬ ਦੇ ਵਿੱਚ ਵੀ ਸਾਡੀ ਸੰਸਥਾ ਮੁਸਲਿਮ ਫੈਡਰੇਸ਼ਨ ਪੰਜਾਬ, ਜਿੱਥੇ ਵੀ ਕਿਤੇ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ, ਠੀਕ ਹੈ, ਕਿਤੇ ਵੀ, ਤਾਂ ਅਸੀਂ ਲੀਗਲ ਤਰੀਕੇ ਨਾਲ ਉਹਦਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਇਸੇ ਜਜ਼ਬੇ ਨਾਲ, ਲੋਕਾਂ ਦੀ ਖਿਦਮਤ ਦੇ ਜਜ਼ਬੇ ਦੇ ਨਾਲ, ਜਿਸ ਟਾਈਮ ਇਹ ਕੇਸ ਆਇਆ ਮੀਡੀਆ ਦੇ ਵਿੱਚ ਹਾਈਲਾਈਟ ਹੋਇਆ, ਤਾਂ ਸਾਨੂੰ ਪਤਾ ਲੱਗਿਆ ਕਿ ਇਸ ਤਰੀਕੇ ਨਾਲ ਦਰਿੰਦਗੀ ਹੋਈ ਹੈ। ਇਹ ਹੋਇਆ ਸੀ ਉਦੋਂ ਜਿਸ ਟਾਈਮ ਅਪ੍ਰੈਲ ਦੇ ਵਿੱਚ ਆਈ ਥਿੰਕ ਜਦੋਂ ਚਾਰਜ ਸ਼ੀਟ ਫਾਈਲ ਕਰਨ ਵਾਸਤੇ ਕ੍ਰਾਈਮ ਬ੍ਰਾਂਚ ਜੰਮੂ ਦੇ ਵਿੱਚ ਜਾ ਰਹੀ ਸੀਗੀ ਆਪਣੇ, ਤਾਂ ਉੱਥੇ ਦੀ ਜਿਹੜੀ ਬਾਰ ਐਸੋਸੀਏਸ਼ਨ ਸੀ ਤਾਂ ਉਹਨਾਂ ਵੱਲੋਂ ਉਹਨਾਂ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ। ਤਾਂ ਉਹਦੇ ਨਾਲ ਮੀਡੀਆ ਦੇ ਵਿੱਚ ਜਦੋਂ ਗੱਲ ਆਈ ਤਾਂ ਕਾਫੀ ਇਸ ਚੀਜ਼ ਦੀ ਨਿੰਦਾ ਕੀਤੀ ਗਈ ਕਿ ਤੁਸੀਂ ਵੀ ਕਿੱਦਾਂ ਇੱਕ ਇਨਸਾਫ ਵਾਸਤੇ ਅਗਰ ਕੋਈ ਉਹ ਕਰ ਰਿਹਾ, ਐਫਰਟ ਕਰ ਰਿਹਾ, ਤਾਂ ਉਹਨੂੰ ਕਿੱਦਾਂ ਰੋਕ ਸਕਦੇ ਹੋ। ਉਸ ਤੋਂ ਬਾਅਦ ਇਹਨੂੰ ਕੇਸ ਨੂੰ ਕਿ ਉੱਥੇ ਫੇਰ ਟਰਾਇਲ ਨਹੀਂ ਹੋ ਸਕਦਾ ਫੈਮਿਲੀ ਨੂੰ ਲੱਗਦਾ ਸੀਗਾ, ਤਾਂ ਫੈਮਿਲੀ ਨੇ ਅਪਰੋਚ ਕੀਤਾ ਆਨਰੇਬਲ ਸੁਪਰੀਮ ਕੋਰਟ ਨੂੰ, ਤਾਂ ਉੱਥੋਂ ਇਹ ਕੇਸ ਟਰਾਂਸਫਰ ਹੋ ਕੇ ਪੰਜਾਬ ਦੇ ਵਿੱਚ ਆਇਆ। ਅਸੀਂ ਜਦੋਂ ਸਾਨੂੰ ਖਬਰ ਮਿਲੀ ਸੀ ਕਿ ਇਸ ਤਰੀਕੇ ਦੀ ਦਰਿੰਦਗੀ ਹੋਈ ਹੈ ਇੱਕ ਬੱਚੀ ਨਾਲ, ਤਾਂ ਸਾਨੂੰ ਸਿੰਪੈਥੀ ਸੀਗੀ ਉਸ ਫੈਮਿਲੀ ਨਾਲ, ਤਾਂ ਅਸੀਂ ਇੱਥੋਂ ਇੱਕ ਟੀਮ ਬਣਾ ਕੇ 6 ਮੈਂਬਰਸ ਦੀ, ਤਾਂ ਉਹਦੇ ਵਿੱਚ ਸਾਡੇ ਇੱਕ ਬਲਕਿ ਅੰਮ੍ਰਿਤਵੀਰ ਜੀ ਸਾਡੇ ਸਿੱਖ ਬ੍ਰਦਰ ਵੀ ਸੀਗੇ, ਅਸੀਂ ਫੈਮਿਲੀ ਨੂੰ ਮਿਲਣ ਵਾਸਤੇ ਗਏ ਉੱਥੇ ਰਸਾਨਾ ਵਿਲੇਜ। ਤਾਂ ਬਲਕਿ ਰਸਤੇ ਦਾ ਜੋ ਐਕਸਪੀਰੀਅੰਸ ਸੀਗਾ ਉੱਥੇ ਵੀ ਸਾਨੂੰ ਜਿਹੜੇ ਢਾਬੇ 'ਤੇ ਅਸੀਂ ਰੁਕ ਕੇ ਖਾਣਾ ਖਾਣ ਦੀ ਉੱਥੇ ਬੈਠੇ ਸੀਗੇ, ਤਾਂ ਉਹਨਾਂ ਵੱਲੋਂ ਵੀ ਸਾਨੂੰ ਜਦੋਂ ਪਤਾ ਲੱਗਿਆ ਕਿ ਇਹ ਰਸਾਨਾ ਜਾ ਰਹੇ ਨੇ, ਤਾਂ ਉਹਨਾਂ ਨੇ ਵੀ ਸਾਨੂੰ ਬਹੁਤ ਗਲਤ ਗੱਲਾਂ ਯਾਨੀ ਕਿ ਕਹੀਆਂ ਕਿ ਤੁਸੀਂ ਨਾ ਜਾਓ, ਉਹ ਫੈਮਿਲੀ ਗਲਤ ਹੈ ਜੀ, ਉਹ ਬੱਚੀ ਤਾਂ ਉਹਨਾਂ ਨੇ ਆਪ ਹੀ ਮਾਰਤੀ, ਐਸੇ ਐਲੀਗੇਸ਼ਨ ਜਿਹੜੇ ਲਗਾਏ ਗਏ ਉਹਨਾਂ ਦੇ ਉੱਪਰ। ਤਾਂ ਫਿਰ ਵੀ ਅਸੀਂ ਕਹਿੰਦੇ ਅਸੀਂ ਇੱਕ ਵਾਰੀ ਫੈਮਿਲੀ ਨੂੰ ਤਾਂ ਮਿਲ ਕੇ ਜਾਵਾਂਗੇ, ਬਟ ਅਨਫੋਰਚੂਨੇਟਲੀ ਫੈਮਿਲੀ ਉੱਥੋਂ ਮੂਵ ਕਰ ਚੁੱਕੀ ਸੀਗੀ। ਬਟ ਜਿਹੜਾ ਇੱਕ ਵਿਸਲ ਬਲੋਅਰ ਸੀ ਤਾਲਿਬ ਹੁਸੈਨ, ਉਹਨਾਂ ਨਾਲ ਸਾਡੀ ਰਾਬਤਾ ਹੋ ਗਿਆ ਸੀ। ਤਾਂ ਉਦੋਂ ਜਿਹੜਾ ਇਹ ਟਰਾਂਸਫਰ ਐਪਲੀਕੇਸ਼ਨ ਉੱਥੇ ਪੈਂਡਿੰਗ ਸੀਗੀ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ, ਤਾਂ ਮੈਂ ਉਹਨਾਂ ਨੂੰ ਫਿਰ ਇਹੀ ਇੱਕ ਆਪਣੇ ਵੱਲੋਂ ਪ੍ਰਪੋਜ਼ਲ ਦਿੱਤਾ। ਮੈਂ ਕਿਹਾ ਜੇ ਇਹ ਕੇਸ ਇੱਥੇ ਪੰਜਾਬ ਦੇ ਵਿੱਚ ਆਉਂਦਾ ਟਰਾਂਸਫਰ ਹੋ ਕੇ, ਤਾਂ ਇਹ ਕੇਸ ਦੀ ਪੈਰਵੀ ਅਸੀਂ ਕਰਾਂਗੇ। ਤਾਂ ਉਹ ਕੇਸ ਉਸ ਤੋਂ ਬਾਅਦ ਆਨਰੇਬਲ ਸੁਪਰੀਮ ਕੋਰਟ ਨੇ ਪਠਾਨਕੋਟ ਸੈਸ਼ਨ ਕੋਰਟ ਦੇ ਵਿੱਚ ਟਰਾਇਲ ਇਹ ਸ਼ਿਫਟ ਕਰਤਾ ਉੱਥੋਂ। ਉਸ ਤੋਂ ਬਾਅਦ ਜਿਹੜੀ ਸਾਡੀ ਕਮਿਟਮੈਂਟ ਸੀਗੀ ਫੈਮਿਲੀ ਨਾਲ, ਉਹਦੇ ਮੁਤਾਬਕ ਫਿਰ ਅਸੀਂ ਇਸ ਕੇਸ ਦੇ ਵਿੱਚ ਮੈਂ ਅਪੀਅਰ ਹੋਇਆ, ਇੱਕ ਟੀਮ ਬਣਾਈ, ਬਲਕਿ ਉੱਥੇ ਜਿਹੜੇ ਹੋਰ ਲਾਇਰ ਸੀਗੇ ਸੀਨੀਅਰ, ਉਹਨਾਂ ਨਾਲ ਰਾਬਤਾ ਕਰਕੇ ਸਾਡੇ ਜੋ ਸਟੇਟ ਵੱਲੋਂ ਸੀਗੇ ਸਪੈਸ਼ਲ ਪ੍ਰੋਸੀਕਿਊਟਰ ਜਿਹੜੇ ਅਪਾਇੰਟ ਕੀਤੇ ਗਏ ਸਟੇਟ ਵੱਲੋਂ, ਉਹ ਵੀ ਸੀ। ਤਾਂ ਇੱਕ ਟੀਮ ਵਰਕ ਦੇ ਨਾਲ ਅਸੀਂ ਇੱਥੇ ਇਹ ਟਰਾਇਲ ਸਾਰਾ ਯਾਨੀ ਕਿ ਪੂਰਾ ਕੀਤਾ, ਔਰ ਉਸ ਤੋਂ ਬਾਅਦ ਉਹਨਾਂ ਨੂੰ ਦੋਸ਼ੀਆਂ ਨੂੰ 6 ਨੂੰ ਸਜ਼ਾ ਹੋਈ ਇਹਦੇ ਵਿੱਚੋਂ, ਇੱਕ ਦੋਸ਼ੀ ਇੱਥੇ ਬਰੀ ਹੋਇਆ। ਇੱਕ ਦਾ ਹੁਣ ਜੋ ਜੁਵਨਾਈਲ ਆ ਉਹਦਾ ਜੁਵਨਾਈਲ ਕੋਰਟ ਦੇ ਵਿੱਚ ਟਰਾਇਲ ਪੈਂਡਿੰਗ ਹੈ ਇਸ ਟਾਈਮ। ਉਹਨੂੰ ਵੀ ਅਸੀਂ ਸਾਡੇ ਕੋਲ ਹੈ ਸਫੀਸ਼ੀਐਂਟ ਐਵੀਡੈਂਸ ਕਿ ਉਹ ਜੁਵਨਾਈਲ ਨਹੀਂ ਹੈਗਾ, ਔਰ ਉਹਦਾ ਅਸੀਂ ਚਾਹੁੰਦੇ ਹਾਂ ਕਿ ਉਹ ਵੀ ਕੇਸ ਇੱਥੇ ਪਠਾਨਕੋਟ ਟਰਾਂਸਫਰ ਹੋ ਜਾਏ, ਤਾਂ ਉਹਦੇ ਲਈ ਅਸੀਂ ਐਫਰਟ ਕਰ ਰਹੇ ਹਾਂ। ਬਿਲਕੁਲ। ਜਦੋਂ ਇਸ ਕੇਸ 'ਤੇ ਆਪਾਂ ਝਾਤੀ ਮਾਰਦੇ ਹਾਂ, ਹੈ ਨਾ, ਹੁਣ ਤੁਹਾਡੇ ਦੱਸਣ ਮੁਤਾਬਕ ਵੀ ਕਿ ਇੱਕ 8 ਸਾਲ ਦੇ ਬੱਚੇ ਨਾਲ ਇਹੋ ਜਿਹੀ ਘਟਨਾ ਦਾ ਹੋ ਜਾਣਾ, ਉਸ ਤੋਂ ਬਾਅਦ ਜਿਵੇਂ ਜਿਵੇਂ ਮੀਡੀਆ ਦੇ ਵਿੱਚ ਇਹ ਕੇਸ ਆਉਂਦਾ, ਤਾਂ ਇੱਥੋਂ ਤੱਕ ਵੀ ਗੱਲਾਂ ਸੁਣਨ ਨੂੰ ਮਿਲੀਆਂ ਕਿ ਲਗਾਤਾਰ 4 ਦਿਨ ਉਸ ਬੱਚੀ ਨਾਲ ਰੇਪ ਹੁੰਦਾ, ਜਿਹਦੇ ਵਿੱਚ ਇੱਕ ਜਿਹੜੇ ਖੁਦ ਨੂੰ ਧਰਮ ਦੇ ਪੈਰੋਕਾਰ ਵੀ ਕਹਿ ਦਿੰਦੇ ਨੇ, ਪੁਜਾਰੀ ਦਾ ਜ਼ਿਕਰ ਆਉਂਦਾ। ਫਿਰ ਇੱਕ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਕਿਹਾ ਜਾਂਦਾ ਕਿ ਸਮਾਜ ਦੀ ਸੁਰੱਖਿਆ ਦਾ ਜ਼ਿੰਮਾ ਜਿਹੜੀ ਸਾਡੀ ਪੁਲਿਸ ਦੇ ਸਿਰ 'ਤੇ ਧਰਿਆ ਜਾਂਦਾ ਹਮੇਸ਼ਾ, ਉਹਨਾਂ ਵਿੱਚੋਂ ਵੀ ਇੱਕ ਵਿਅਕਤੀ ਆ ਜਿਹੜਾ ਇਸ ਚੀਜ਼ ਦੇ ਵਿੱਚ ਇਨਵੋਲਵ ਹੁੰਦਾ ਹੈ ਨਾ। ਉਹ ਬੱਚੇ ਜਿਨ੍ਹਾਂ ਨੂੰ ਅਸੀਂ ਦੇਸ਼ ਦਾ ਭਵਿੱਖ ਕਹਿੰਦੇ ਹਾਂ, ਜਿਹੜੇ ਕਿ ਹਾਲੇ
ਉਸ ਉਮਰ 'ਚ ਵੀ ਨਹੀਂ ਪਹੁੰਚੇ ਜਿੱਥੇ ਉਹਨਾਂ ਨੂੰ ਨਫ਼ਰਤ ਜਾਂ ਪਿਆਰ ਦੇ ਇਹੋ ਜਿਹੇ ਮਤਲਬ ਸਮਝ ਆਉਣ। ਉਹ ਬੱਚੇ ਵੀ ਇਨਵੋਲਵ ਹੁੰਦੇ ਨੇ ਇਸ ਚੀਜ਼ ਦੇ ਵਿੱਚ। ਤੁਸੀਂ ਕੀ ਸਮਝਦੇ ਹੋ ਕਿ ਇਹ ਸਿਰਫ ਇੱਕ ਅਪਰਾਧਿਕ ਘਟਨਾ ਸੀ ਜਾਂ ਫਿਰ ਇੱਕ ਵਿਸ਼ੇਸ਼ ਖਿੱਤੇ ਨੂੰ ਦਬਾਉਣ ਲਈ ਜਾਂ ਉਸ ਖਿੱਤੇ ਪ੍ਰਤੀ ਇੱਕ ਸਾਜ਼ਿਸ਼ ਸੀ ਕਿ ਇੱਕ ਬੱਚੇ ਨਾਲ ਇਹੋ ਜਿਹੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ? ਦੇਖੋ, ਜੋ ਅਸੀਂ ਵੀ ਇਸ ਚੀਜ਼ ਵੱਲੋਂ ਬਹੁਤ ਫਿਕਰਮੰਦ ਹਾਂ ਕਿ ਜੋ ਇਸ ਟਾਈਮ ਹਵਾ ਚੱਲ ਰਹੀ ਹੈ ਇਸ ਦੇਸ਼ ਦੇ ਵਿੱਚ, ਅਸੀਂ ਵੀ ਇਹੀ ਹਮੇਸ਼ਾ ਕਹਿੰਦੇ ਹਾਂ ਕਿ ਜਿਹੜੀ ਫਿਰਕੂ ਤਾਕਤਾਂ ਨੇ ਜਿਹੜੀਆਂ ਸਾਡੇ 'ਤੇ ਰਾਜ ਕਰ ਰਹੀਆਂ ਨੇ, ਕਿ ਇਹਨਾਂ ਨੂੰ ਅਸੀਂ ਇੰਨਾ ਮੌਕਾ ਨਾ ਦਈਏ, ਇੰਨਾ ਸਾਡੇ 'ਤੇ ਹਾਵੀ ਨਾ ਦਈਏ, ਇਹਨਾਂ ਨੂੰ ਨਾ ਹਾਵੀ ਨਾ ਹੋਣ ਦਈਏ ਕਿ ਸਾਡੇ ਬੱਚਿਆਂ ਦੇ ਜ਼ਿਹਨਾਂ ਦੇ ਵਿੱਚ ਨਫ਼ਰਤ ਭਰ ਦੇਣ। ਮੈਂ ਇਹ ਸਮਝਦਾ ਕਿ ਉਹ ਜਿਹੜੀਆਂ ਹਵਾਵਾਂ ਚੱਲਦੀਆਂ ਸੀਗੀਆਂ ਨਫ਼ਰਤ ਦੀਆਂ ਇੱਕ ਦੂਸਰੇ ਦੇ ਨਾਲ, ਠੀਕ ਹੈ, ਜਿਹੜਾ ਇੱਕ ਮਾਹੌਲ ਪੈਦਾ ਕੀਤਾ ਜਾ ਰਿਹਾ ਸੀਗਾ, ਤਾਂ ਉਹਦਾ ਅਸਰ ਵੀ ਇਸ ਚੀਜ਼ ਦੇ ਵਿੱਚ ਦੇਖਣ ਨੂੰ ਮਿਲਿਆ। ਇੱਕ ਕਮਿਊਨਿਟੀ ਨੂੰ ਖਾਸ ਟਾਰਗੇਟ ਕਰਕੇ ਉਹਨਾਂ ਨੂੰ ਉੱਥੇ ਭਜਾਉਣ ਲਈ ਕਿ ਹਾਂ, ਇੱਥੇ ਅਗਰ ਇਹਨਾਂ ਦੇ ਬੱਚਿਆਂ ਨਾਲ ਇਸ ਤਰੀਕੇ ਦੀ ਦਰਿੰਦਗੀ ਹੋਗੀ, ਡਰ ਕੇ ਇੱਥੋਂ ਸ਼ਾਇਦ ਸ਼ਿਫਟ ਹੋ ਜਾਣ, ਭੱਜ ਜਾਣ ਉੱਥੋਂ। ਹਾਂਜੀ। ਤਾਂ ਉਹ ਜਿਹੜੀ ਗੁੱਜਰ ਬੱਕਰਵਾਲ ਬਰਾਦਰੀ ਆ ਉੱਥੇ ਘੱਟ ਗਿਣਤੀ ਦੇ ਵਿੱਚ, ਤਾਂ ਉਹਨਾਂ ਨੂੰ ਇਸ ਤਰੀਕੇ ਨਾਲ ਜਿਹੜਾ ਦੇਖੋ ਸਾਹਮਣੇ ਆਇਆ, ਵੈਸੇ ਬਹੁਤ ਜ਼ਿਆਦਾ ਡਿਟੇਲ 'ਚ ਮੈਂ ਨਹੀਂ ਜਾ ਸਕਦਾ, ਮਗਰ ਇਸ ਚੀਜ਼ ਨੂੰ ਅਗਰ ਕੁਛ ਬੰਦਿਆਂ ਵੱਲੋਂ ਇਹ ਕ੍ਰਾਈਮ ਕੀਤਾ ਵੀ ਗਿਆ ਤਾਂ ਅਸੀਂ ਉਹਨੂੰ ਕਿਸੇ ਧਰਮ ਨਾਲ ਵੀ ਨਹੀਂ ਜੋੜ ਸਕਦੇ, ਕਿਉਂਕਿ ਧਰਮ ਕੋਈ ਵੀ ਮਾੜਾ ਨਹੀਂ ਹੈ, ਨਾ ਹੀ ਕੋਈ ਧਰਮ ਕਿਸੇ ਨਾਲ ਨਫ਼ਰਤ ਕਰਨੀ ਜਾਂ ਕਿਸੇ ਨੂੰ ਕਤਲ ਕਰਨਾ ਸਿਖਾਉਂਦਾ। ਅਗਰ ਖਾਸ ਕਿਸੇ ਕਮਿਊਨਿਟੀ ਨਾਲ ਉਹ ਜੁੜੇ ਵੀ ਹੋਏ ਨੇ ਤਾਂ ਮੈਂ ਨਹੀਂ ਚਾਹੁੰਦਾ ਕਿ ਅਗਰ ਕੋਈ ਬੰਦਾ ਅਗਰ ਕਹਿੰਦਾ ਕਿ ਇਹ ਫਲਾਂ ਧਰਮ ਦੇ ਨਾਲ ਇਹ ਬੰਦੇ ਮਿਲੇ ਦੇ ਯਾਨੀ ਕਿ ਮੰਨਣ ਵਾਲੇ ਨੇ ਜਾਂ ਉਹ, ਕਿਉਂਕਿ ਮੈਂ ਨਹੀਂ ਮੰਨਦਾ ਕਿ ਉਹ ਫਲਾਂ ਧਰਮ ਨੂੰ ਮੰਨਣ ਵਾਲੇ ਨੇ, ਕਿਉਂਕਿ ਅਗਰ ਉਹ ਮੰਨਣ ਵਾਲੇ ਹੁੰਦੇ ਤਾਂ ਮੈਨੂੰ ਦਿਖਾਓ ਕਿੱਥੇ ਲਿਖਿਆ ਹੋਇਆ ਕਿਸੇ ਦੇ ਧਰਮ ਦੇ ਵਿੱਚ ਕਿਸੇ ਬੱਚੀ ਨਾਲ ਇਸ ਤਰੀਕੇ ਨਾਲ ਤੁਸੀਂ ਉਹਨੂੰ ਰੇਪ ਕਰਕੇ ਔਰ ਰਿਲੀਜੀਅਸ ਪਲੇਸ ਦੇ ਵਿੱਚ ਤੁਸੀਂ ਛੁਪਾਇਆ ਹੋਇਆ ਉਹਨੂੰ, ਠੀਕ ਹੈ, ਉਹਨੂੰ ਧਾਰਮਿਕ ਸਥਾਨ ਇੱਕ ਤਰ੍ਹਾਂ ਦਾ ਉਹਦੇ ਵਿੱਚ ਤੁਸੀਂ ਛੁਪਾ ਕੇ ਰੱਖਿਆ ਹੋਇਆ, ਤਾਂ ਕਿੱਥੇ ਇਹ ਲਿਖਿਆ ਹੋਇਆ? ਇਹ ਬੰਦੇ ਗਲਤ ਹੁੰਦੇ ਨੇ, ਹਰ ਧਰਮ ਦੇ ਵਿੱਚ ਬੰਦੇ ਗਲਤ ਹੋ ਸਕਦੇ ਨੇ। ਧਰਮ ਨੂੰ ਅਸੀਂ ਨਹੀਂ ਕਿਸੇ ਉਹਦੇ ਨਾਲ ਜੋੜ ਸਕਦੇ, ਕਿਸੇ ਉਹਦੇ ਨਾਲ ਅਸੀਂ ਨਾ ਕਿਸੇ ਧਾਰਮਿਕ ਸਥਾਨ ਨੂੰ ਜੋੜ ਸਕਦੇ ਹਾਂ। ਉਹ ਧਾਰਮਿਕ ਸਥਾਨ ਆ, ਉੱਥੇ ਅੱਜ ਵੀ ਜਿਹੜਾ ਉੱਥੇ ਹੁੰਦਾ ਜੋ ਵੀ ਰਿਲੀਜੀਅਸ ਉਹਨਾਂ ਦੇ ਵਰਸ਼ਿਪ ਦੇ ਜੋ ਵੀ ਉਹਨਾਂ ਦੇ ਹੈਗੇ ਨੇ ਰਿਚੁਅਲਸ, ਉਸ ਤਰੀਕੇ ਨਾਲ ਆਪਣਾ ਕਰਦੇ ਨੇ ਉੱਥੇ ਉਹ, ਠੀਕ ਹੈ। ਉਹ ਮਗਰ ਜਿਹੜੇ ਬੰਦਿਆਂ ਨੇ, ਮੈਂ ਤਾਂ ਇਹ ਚਾਹੂੰਗਾ ਕਿ ਜੇ ਅਸਲੀਅਤ ਦੇ ਵਿੱਚ ਦੇਖਿਆ ਜਾਵੇ ਤਾਂ ਹਰ ਧਰਮ ਦੇ ਬੰਦੇ ਨੂੰ ਉਹਨਾਂ ਬੰਦਿਆਂ ਨਾਲ ਨਫ਼ਰਤ ਹੋਣੀ ਚਾਹੀਦੀ ਹੈ ਵੀ ਜਿਨ੍ਹਾਂ ਨੇ ਧਾਰਮਿਕ ਸਥਾਨ ਨੂੰ ਐਸੇ ਪਾਪ ਦੇ ਕੰਮ ਵਾਸਤੇ ਇਸਤੇਮਾਲ ਕੀਤਾ, ਬਜਾਏ ਕਿ ਉਹਨਾਂ ਨੂੰ ਨਫ਼ਰਤ ਕਰਦੇ, ਇਹੋ ਜਿਹੇ ਲੋਕਾਂ ਨੂੰ ਬਾਹਰ ਕੱਢ ਦੇ ਆਪਣੀ ਕਮਿਊਨਿਟੀ 'ਚੋਂ, ਆਪਣੇ ਧਰਮ ਦੇ ਵਿੱਚੋਂ ਵੀ ਅਸੀਂ ਐਸੇ ਗੰਦੇ ਲੋਕਾਂ ਨਾਲ ਸਾਡਾ ਕੋਈ ਤਾਲੁਕ ਨਹੀਂ ਜਿਨ੍ਹਾਂ ਨੇ ਵੀ ਸਾਡੇ ਧਾਰਮਿਕ ਸਥਾਨਾਂ ਨੂੰ ਨਹੀਂ ਬਖਸ਼ਿਆ ਹੈਗਾ ਇਹੋ ਜਿਹੇ ਘਿਨੌਣੇ ਕੰਮ ਕਰਦੇ ਹੋਏ। ਤਾਂ ਕੁਝ ਐਸੀ ਉਹਨਾਂ ਦੇ ਹਮਖਿਆਲ ਬੰਦਿਆਂ ਵੱਲੋਂ ਉੱਥੇ ਪ੍ਰੋਟੈਸਟ ਕੀਤੇ ਜਾ ਰਹੇ ਸੀ, ਉੱਥੇ ਤਿਰੰਗਾ ਯਾਤਰਾ ਵੀ ਕੱਢੀ ਗਈ ਸੀ, ਠੀਕ ਹੈ, ਉਹਦੇ 'ਚ ਕੁਝ ਮਿਨਿਸਟਰ ਵੀ ਇਨਵੋਲਵ ਸੀਗੇ। ਉਹਦੇ ਨਾਲ ਤੁਹਾਨੂੰ ਪਤਾ ਹੈ ਜੋ ਵੀ ਕੰਟਰੋਵਰਸੀ ਉਸ ਤੋਂ ਬਾਅਦ ਹੋਈ ਹੈ ਸਰਕਾਰ ਨਾਲ, ਮਹਿਬੂਬਾ ਮੁਫਤੀ ਦਾ ਜੋ ਸਟੈਂਡ ਸੀ ਮੈਡਮ ਦਾ, ਉਹ ਬਹੁਤ ਯਾਨੀ ਕਿ ਉਹਨਾਂ ਨੇ ਵੀ ਇਨਸਾਫ ਦਿਲਾਉਣ ਲਈ ਉਹਨਾਂ ਨੇ ਕੋਈ ਕੰਪਰੋਮਾਈਜ਼ ਨਹੀਂ ਕਿਸੇ ਨਾਲ ਕੀਤਾ, ਉਹਨਾਂ ਦਾ ਉਹਨੂੰ ਖਾਮਿਆਜਾ ਵੀ ਭੁਗਤਣਾ ਪਿਆ। ਉਸ ਤੋਂ ਬਾਅਦ ਉਹਨਾਂ ਨੇ ਸਪੋਰਟ ਵਾਪਸ ਲਈ ਔਰ ਸਰਕਾਰ ਵੀ ਗਿਰੀ ਉਹਨਾਂ ਦੀ। ਮਗਰ ਮੈਂ ਫਿਰ ਵੀ ਉਹਨਾਂ ਨੂੰ ਸਲੂਟ ਕਰਦਾ ਇੱਕ ਬਰੇਵ ਲੇਡੀ ਨੇ ਵੀ ਜਿਨ੍ਹਾਂ ਨੇ ਪਿੱਛੇ ਨਹੀਂ ਹਟੇ, ਤਾਂ ਉਹਨਾਂ ਦੇ ਜੋ ਐਫਰਟ ਸੀਗੀਆਂ। ਨਹੀਂ ਤਾਂ ਜੋ ਕੁਝ ਬੰਦੇ ਚਾਹੁੰਦੇ ਸੀਗੇ ਵੀ ਇਹਨੂੰ ਕੇਸ ਨੂੰ ਫੇਰ ਲੰਬਾ ਕਰ ਦਿੱਤਾ ਜਾਵੇ, ਅੱਗੇ CBI ਨੂੰ ਟ੍ਰਾਂਸਫਰ, ਜਦੋਂ ਸਫੀਸ਼ੀਐਂਟ ਐਵੀਡੈਂਸ ਆ ਚੁੱਕਿਆ ਸਾਡੇ ਕੋਲ, ਠੀਕ ਹੈ, ਇੰਨਾ ਕਿ ਇਹ ਬੰਦੇ ਸਾਫ਼ ਦੋਸ਼ੀ ਜਿਹੜੇ ਹੁਣ ਕੋਰਟ ਨੇ ਦੇਖੋ ਸਾਬਿਤ ਵੀ ਹੋ ਗਏ, ਕੋਰਟ ਦੇ ਵਿੱਚ ਕੋਰਟ ਨੇ ਸਜ਼ਾ ਵੀ ਦਿੱਤੀ ਹੈ। ਸਜ਼ਾ ਸਾਡੇ ਮੁਤਾਬਕ ਔਰ ਫੈਮਿਲੀ ਦੇ ਮੁਤਾਬਕ ਅਸੀਂ ਫਿਰ ਵੀ ਚਲੋ ਕੁਛ ਹੱਦ ਤੱਕ ਸੈਟਿਸਫਾਈ ਹਾਂ ਜਿਹੜੇ 6 ਬੰਦੇ ਨੂੰ, ਬਟ ਅਸੀਂ ਉਹਦੇ ਤੋਂ ਮੁਤਮਈਨ ਨਹੀਂ ਹੈ ਪੂਰੇ, ਅਸੀਂ ਸੈਟਿਸਫਾਈ ਨਹੀਂ ਹੈਗੇ। ਔਰ ਅਸੀਂ ਇਹਦੇ ਬਾਰੇ ਵੀ ਅਸੀਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਅਸੀਂ ਅਪੀਲ ਫਾਈਲ ਕਰ ਚੁੱਕੇ ਹਾਂ। ਇੱਕ ਤਾਂ ਉਹਨਾਂ ਦੀ ਕੈਪੀਟਲ ਪਨਿਸ਼ਮੈਂਟ ਲਈ, ਇੱਕ ਜਿਹੜੇ ਪੁਲਿਸ ਵਾਲਿਆਂ ਨੂੰ ਇਹਨਾਂ ਨੇ ਸਜ਼ਾ ਘੱਟ ਦਿੱਤੀ ਹੈ 5-5 ਸਾਲ, ਉਹ ਵੀ ਉਹ ਕਨਸਪੀਰੇਸੀ ਜੋ ਸੀਗੀ ਕਿਸੇ ਦੀ, ਦੇਖੋ ਮਰਡਰ ਦੀ ਕਨਸਪੀਰੇਸੀ ਸੀਗਾ, ਠੀਕ ਹੈ, 120 ਦੇ ਵਿੱਚ ਅਗਰ ਤੁਸੀਂ ਲੈ ਕੇ ਆਏ ਤਾਂ ਉਹਦੇ ਵਿੱਚ ਤੁਸੀਂ ਇਹ ਤਾਂ ਦੇਖੋ ਨਾ ਕਿੰਨਾ ਹੀਨੀਅਸ ਕ੍ਰਾਈਮ ਹੈ। ਅਗਰ ਉਹਨਾਂ ਨੇ ਸਾਥ ਦਿੱਤਾ ਵੀ ਜਾਂ ਸਬੂਤ ਮਿਟਾਉਣ ਦੇ ਵਿੱਚ ਉਹ ਕੀਤਾ, ਸਾਥ ਦਿੱਤਾ ਜਾਂ ਉਹਦੇ ਵਿੱਚ, ਠੀਕ ਹੈ, ਕ੍ਰਾਈਮ ਦੇ ਵਿੱਚ, ਤਾਂ ਕੈਸੇ ਕ੍ਰਾਈਮ ਇਹ ਮੈਟਰ ਕਰਦਾ ਵੀ ਕਿਸ ਕ੍ਰਾਈਮ ਦੇ ਵਿੱਚ। ਕ੍ਰਾਈਮ ਤਾਂ ਹੁਣ ਕਿ ਚੋਰੀ ਦੇ ਵਿੱਚ ਵੀ ਹੋ ਸਕਦਾ ਜਾਂ ਕਿਸੇ ਉਹਦੇ ਵਿੱਚ ਵੀ, ਠੀਕ ਹੈ, ਲੜਾਈ ਝਗੜੇ ਦੇ ਵਿੱਚ ਹੋ ਸਕਦਾ ਸਿੰਪਲ, ਜਿਹਦੇ ਵਿੱਚ ਕੋਈ ਉਹ ਹੋਵੇ, ਠੀਕ ਹੈ। ਇਹ ਮਰਡਰ ਇੱਕ ਬੱਚੀ ਦੀ ਜਾਨ ਗਈ ਹੈ, ਤਾਂ ਉਹ ਬੰਦੇ ਵੀ ਬਰਾਬਰ ਇਕੁਅਲੀ ਉਹਦੇ ਰਿਸਪੌਂਸੀਬਲ ਸੀਗੇ।
ਉਹਨਾਂ ਨੂੰ ਸਜ਼ਾ ਦਿਲਾਉਣ ਲਈ, ਉਹਨਾਂ ਦੀ ਸਜ਼ਾ ਦੇ ਵਿੱਚ ਵਾਧੇ ਲਈ, ਔਰ ਜਿਹੜੇ ਰਿਮੇਨਿੰਗ ਇਹਦੇ ਵਿੱਚ ਹੈਗੇ ਸੀਗੇ ਅਕਿਊਜ਼, ਉਹਨਾਂ ਨੂੰ ਕੈਪੀਟਲ ਪਨਿਸ਼ਮੈਂਟ ਲਈ ਅਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਗਏ ਹੋਏ ਹਾਂ। ਅਤੇ ਜੋ ਜੁਵਨਾਈਲ ਦਾ ਇੱਧਰ ਟਰਾਇਲ ਚੱਲ ਰਿਹਾ ਉਹ ਵੀ ਅਸੀਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾ ਰਹੇ ਹਾਂ ਕਿ ਇਹਨੂੰ ਵੀ ਸ਼ਿਫਟ ਕੀਤਾ ਜਾਵੇ ਇੱਥੇ ਪੰਜਾਬ ਦੇ ਵਿੱਚ। ਹਾਂਜੀ ਸਰ, ਇੱਕ ਪਾਸੇ ਤਾਂ ਤੁਸੀਂ ਦੇਖੋ ਪੂਰੇ ਦੇਸ਼ 'ਚ ਜੇ ਆਪਾਂ ਗੱਲ ਕਰੀਏ, ਦੇਸ਼ ਤੋਂ ਬਾਹਰ ਦੀ ਵੀ ਗੱਲ ਕਰੀਏ ਹੈ ਨਾ, ਜਿਵੇਂ ਤੁਹਾਡੇ ਨਾਲ ਮੇਰੀ ਪਹਿਲੀ ਗੱਲਬਾਤ 'ਚ ਤੁਸੀਂ ਜ਼ਿਕਰ ਕਰਦੇ ਹੋ ਕਿ ਇੱਕ ਫਰੈਂਚ ਮੀਡੀਆ ਵੀ ਇਸ ਕੇਸ ਨੂੰ ਕਵਰ ਕਰਨ ਲਈ ਆਇਆ ਹੋਇਆ ਸੀ ਹੈ ਨਾ। ਇੱਕ ਪਾਸੇ ਤਾਂ ਇਹ ਕੇਸ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੰਦਾ। 2012 ਦੇ ਵਿੱਚ ਵੀ ਜਦੋਂ ਨਿਰਭਇਆ ਕੇਸ ਹੋਇਆ ਤਾਂ ਉਸ ਸਮੇਂ ਵੀ ਸਾਡੀ ਭਾਰਤ ਦੀ ਜਿਹੜੀ ਇੱਕ ਸ਼ਰਮਨਾਕ ਤਸਵੀਰ ਪੂਰੇ ਵਿਸ਼ਵ ਨੇ ਦੇਖੀ ਹੈ ਨਾ। ਉਸ ਤੋਂ ਬਾਅਦ ਫਿਰ ਇੱਕ ਕਿਵੇਂ ਦਾ ਹਾਦਸਾ ਆਸਿਫਾ ਨਾਲ ਹੋ ਜਾਂਦਾ ਹੈ। ਇੱਕ ਪਾਸੇ ਜਾਵੇਦ ਅਖਤਰ ਟਵੀਟ ਕਰਦੇ ਨੇ ਕਿ ਜਿਹੜਾ ਇਹ ਭਾਈਚਾਰਾ ਉਹ ਭਾਈਚਾਰਾ ਜਿਨ੍ਹਾਂ ਨੇ 1999 ਦੇ ਵਿੱਚ ਜਦੋਂ ਭਾਰਤ ਪਾਕਿਸਤਾਨ ਦੀ ਲੜਾਈ ਹੁੰਦੀ ਹੈ ਤਾਂ ਉਸ ਸਮੇਂ ਬਹੁਤ ਜ਼ਿਆਦਾ ਇਸ ਭਾਈਚਾਰੇ ਵੱਲੋਂ ਆਰਮੀ ਦਾ ਸਾਥ ਦਿੱਤਾ ਗਿਆ ਹੈ ਨਾ। ਦੂਜੇ ਪਾਸੇ ਜਦੋਂ ਉਸੇ ਭਾਈਚਾਰੇ ਦੀ ਬੱਚੀ ਨਾਲ ਇਸ ਤਰੀਕੇ ਦਾ ਇੱਕ ਕਾਂਡ ਹੁੰਦਾ, ਇਸ ਤਰੀਕੇ ਦੀ ਸ਼ਰਮਨਾਕ, ਮਤਲਬ ਇਸ ਤੋਂ ਘਟੀਆ ਜਿਹੜੀ ਮੈਂ ਕਹਿ ਸਕਦੀ ਹਾਂ ਹਾਦਸਾ ਨਹੀਂ ਹੋ ਸਕਦਾ ਕਿਸੇ ਬੱਚੇ ਨਾਲ, ਤਾਂ ਬਹੁਤ ਸਾਰੇ ਲੋਕ ਜਿਹਦੇ 'ਚ ਤੁਸੀਂ ਵੀ ਹੁਣੇ ਜ਼ਿਕਰ ਕਰਕੇ ਹਟੇ ਹੋ ਕਿ ਮਹਿਬੂਬਾ ਮੁਫਤੀ ਸਰਕਾਰ ਦੇ ਦੋ ਜਿਹੜੇ ਅਸੀਂ ਕਹਿੰਦੇ ਹੁੰਦੇ ਕਿ ਬੜੇ ਸਮਝਦਾਰ ਤੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਅਸੀਂ ਸਮਾਜ ਦੀ ਸੁਰੱਖਿਆ ਦਿੰਦੇ ਹਾਂ ਮੰਤਰੀ ਚੁਣ ਕੇ ਸੰਸਦ 'ਚ ਭੇਜਿਆ ਜਾਂਦਾ, ਉਹ ਵੀ ਇਹੋ ਜਿਹੀਆਂ ਰੈਲੀਆਂ ਦੇ ਵਿੱਚ ਸ਼ਾਮਿਲ ਹੁੰਦੇ ਨੇ ਜਿੱਥੇ ਕਿਹਾ ਜਾਂਦਾ ਹੈ ਕਿ ਇਹਨਾਂ ਮੁਲਜ਼ਮਾਂ ਨੂੰ ਬਰੀ ਕੀਤਾ ਜਾਵੇ, ਇਹ ਨਿਰਦੋਸ਼ ਨੇ ਹੈ ਨਾ। ਇਸ ਚੀਜ਼ ਦਾ ਕਾਰਨ ਕੀ ਮੰਨਦੇ ਹੋ ਕਿ ਸਮਾਜ ਇਸ ਚੀਜ਼ ਦਾ ਕਾਰਨ ਹੈ ਜਾਂ ਫਿਰ ਜਿਹੜਾ ਕਾਨੂੰਨ ਹੈ ਉਹਦੀਆਂ ਪ੍ਰਕਿਰਿਆਵਾਂ ਜਿਹੜੀਆਂ ਇੰਨੀਆਂ ਢਿੱਲੀਆਂ ਨੇ ਕਿ ਉਹ ਔਰਤਾਂ ਪ੍ਰਤੀ ਹੋ ਰਹੇ ਜਿਹੜੇ ਜੁਰਮ ਨੇ ਉਹਨਾਂ ਨੂੰ ਬਹੁਤ ਸੰਜੀਦਗੀ ਨਾਲ ਨਹੀਂ ਹੈਂਡਲ ਕਰਦੇ ਜਾਂ ਉਹਨਾਂ ਦੇ ਵਿੱਚ ਬਹੁਤ ਸਮਾਂ ਲੱਗ ਜਾਂਦਾ, ਇਸ ਲਈ ਔਰਤਾਂ ਪ੍ਰਤੀ ਇਹੋ ਜਿਹੇ ਜਿਹੜੇ ਕ੍ਰਾਈਮ ਨੇ ਉਹ ਵੱਧਦੇ ਜਾ ਰਹੇ ਨੇ। ਇੱਕ ਕਹਾਵਤ ਹੈ, ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ, ਵੀ ਜਿੰਨਾ ਇਨਸਾਫ ਲੇਟ ਹੁੰਦਾ ਸਮਝ ਲਓ ਤਾਂ ਉਹ ਸਮਝ ਲਓ ਨਾ ਹੋਣ ਦੇ ਬਰਾਬਰ ਹੁੰਦਾ। ਤਾਂ ਇਹਦੇ ਬਾਰੇ ਤਾਂ ਸਾਨੂੰ ਦੇਖੋ ਸਖਤ ਕਾਨੂੰਨ ਬਣਾਉਣ ਦੀ ਔਰ ਫਾਸਟ ਟਰੈਕ ਕੋਰਟਸ, ਵੈਸੇ ਦੇਖੋ ਇਹ ਫਾਸਟ ਟਰੈਕ ਕੋਰਟ ਦੇ ਵਿੱਚ ਸੀਗਾ, ਡੇ ਟੂ ਡੇ ਟਰਾਇਲ ਸੀਗਾ, ਤੁਹਾਡੀ ਇੱਕ ਨੌਲੇਜ ਲਈ ਮੈਂ ਦੱਸ ਦੇਵਾਂ, ਜਿਹੜਾ ਪਠਾਨਕੋਟ ਸੀ ਉਸ ਦੇ ਬਾਵਜੂਦ ਇਹਨੂੰ 1 ਸਾਲ ਲੱਗ ਗਿਆ ਫੈਸਲਾ ਆਉਣ ਲਈ, 1 ਸਾਲ ਲੱਗ ਗਿਆ। ਹੁਣ ਤੁਸੀਂ ਇਹ ਦੇਖੋ ਡੇ ਟੂ ਡੇ ਟਰਾਇਲ, ਡੇਲੀ ਉਹਦਾ ਟਰਾਇਲ ਸੀਗਾ, ਠੀਕ ਹੈ, ਉਸ ਦੇ ਬਾਵਜੂਦ 1 ਸਾਲ ਸਿਰਫ ਉਹਨੂੰ ਲੱਗ ਗਿਆ। ਔਰ ਹੁਣ ਉਸ ਤੋਂ ਬਾਅਦ ਵੀ ਉਹ ਫੈਸਲਾ ਇਹਨੂੰ ਵੀ 1 ਸਾਲ ਹੋ ਚੁੱਕਿਆ। ਹੁਣ ਇਹਨਾਂ ਨੂੰ ਕਦੋਂ ਤੱਕ ਸਜ਼ਾ, ਯਾਨੀ ਕਿ ਸੁਪਰੀਮ ਕੋਰਟ ਤੱਕ ਜਾਂਦੇ ਜਾਂਦੇ ਦੇਖੋ ਕਿੰਨਾ ਟਾਈਮ ਹੋਰ ਲੱਗ ਜਾਣਾ। ਤਾਂ ਇਹਦੇ 'ਤੇ ਚਲੋ ਜੋ ਸਾਡੀ ਨਿਆਂ ਪ੍ਰਣਾਲੀ ਹੈ, ਅਸੀਂ ਫਿਰ ਵੀ ਸਾਨੂੰ ਫੇਥ ਹੈ ਕਿ ਹਾਂਜੀ ਇਸ ਟਾਈਮ ਜੇ ਉਹ ਬੰਦੇ ਸਲਾਖਾਂ ਦੇ ਪਿੱਛੇ ਬੈਠੇ ਨੇ ਤਾਂ ਸਾਨੂੰ ਉਹਦੇ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ। ਔਰ ਰੱਖਣ ਦਾ ਸਾਨੂੰ ਇਹ ਫਾਇਦਾ ਵੀ ਮਿਲਿਆ ਦੇਖੋ ਕਿ ਉਹਨਾਂ ਨੂੰ ਇਸ ਟਾਈਮ ਕੋਈ ਰਿਲੀਫ ਨਹੀਂ ਕੋਰਟ ਨੇ ਦਿੱਤੀ ਹੈਗੀ, ਸਜ਼ਾ ਦਿੱਤੀ ਹੈ। ਚਲੋ ਉਹਨੂੰ ਇਨਹਾਂਸਮੈਂਟ ਵਾਸਤੇ ਅਸੀਂ ਜਾ ਰਹੇ ਹਾਂ, ਜੋ ਸਾਡੇ ਹੱਕ ਨੇ ਅਸੀਂ ਕਰ ਰਹੇ ਹਾਂ ਉਹਨੂੰ, ਠੀਕ ਹੈ, ਓਪਰਚੁਨਿਟੀ ਜੋ ਮਿਲਣਗੀਆਂ ਅਸੀਂ ਅਵੇਲ ਕਰਾਂਗੇ ਇਨਸ਼ਾਅੱਲਾ, ਔਰ ਉਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਜ਼ਰੂਰ ਪਹੁੰਚਾਇਆ ਜਾਏਗਾ ਜੋ ਵੀ ਮੁਜਰਮ ਨੇ। ਦੂਸਰਾ ਜਿਹੜਾ ਆਪਾਂ ਕਹਿੰਦੇ ਹਾਂ ਕਿ ਮੈਂ ਇਸ ਚੀਜ਼ ਦੀ ਵਧਾਈ ਦਿੰਦਾ ਹਿੰਦੁਸਤਾਨ ਦੀ ਪੂਰੀ ਜਨਤਾ ਨੂੰ। ਜਾਵੇਦ ਅਖਤਰ ਜੀ ਨੇ ਜੋ ਇੱਕ ਗੱਲ ਕਹੀ ਸੀਗੀ ਕਿ ਗੁੱਜਰ ਬਕਰਵਾਲ ਬਰਾਦਰੀ ਉਹ ਬਰਾਦਰੀ ਹੈ ਜਿਨ੍ਹਾਂ ਨੇ ਕਾਰਗਿਲ ਦੀ ਜਿਹੜੀ ਲੜਾਈ ਹੋਈ ਸੀਗੀ ਜਿਸ ਟਾਈਮ, ਤਾਂ ਇੰਡੀਅਨ ਜਿਹੜੀ ਆਰਮਡ ਫੋਰਸਿਸ ਸੀਗੀਆਂ ਉਹਨਾਂ ਨੂੰ ਉੱਥੇ ਜਿਹੜੀਆਂ ਸਸਪੀਸ਼ੀਅਸ ਐਕਟੀਵਿਟੀਜ਼ ਸੀਗੀਆਂ ਉੱਧਰੋਂ ਪਾਕਿਸਤਾਨੀ ਜੋ ਆਰਮੀ ਵੱਲੋਂ, ਤਾਂ ਇਹਨਾਂ ਵੱਲੋਂ ਉਹ ਖਬਰਾਂ ਸਾਰੀਆਂ ਦੱਸੀਆਂ ਗਈਆਂ ਕਿਉਂਕਿ ਇਹ ਬਹੁਤ ਐਸੀ ਏਰੀਆਜ਼ ਦੇ ਵਿੱਚ ਜਾਂਦੇ ਨੇ ਆਪਣੇ ਜਾਨਵਰ ਚਰਾਉਣ ਲਈ ਜਿੱਥੇ ਆਮ ਬੰਦੇ ਨਹੀਂ ਪਹੁੰਚ ਸਕਦੇ ਹੈਗੇ। ਤਾਂ ਇਹਨਾਂ ਵੱਲੋਂ ਇੱਕ ਆਪਣੇ ਦੇਸ਼ ਭਗਤੀ ਦਾ ਸਬੂਤ ਦਿੰਦੇ ਹੋਏ ਆਪਣੇ ਮੁਲਕ ਦੀ ਹਿਫਾਜ਼ਤ ਲਈ ਆਪਣੇ ਮੁਲਕ ਦੀ ਜਿਹੜੀ ਆਰਮਡ ਫੋਰਸਿਸ ਨੇ ਇਹਨਾਂ ਦੀ ਮਦਦ ਕੀਤੀ ਗਈ ਸੀ। ਉਹਨਾਂ ਦੀ ਬੱਚੀ ਦੀ ਜਦੋਂ ਯਾਨੀ ਕਿ ਇਹ ਹਾਲਤ ਹੋਈ ਹੈ, ਠੀਕ ਹੈ, ਇੰਨਾ ਬੜਾ ਕ੍ਰਾਈਮ ਹੋਇਆ, ਤਾਂ ਉੱਥੇ ਦੇ ਜਿਹੜੇ ਲੋਕ, ਉੱਥੇ ਦੀ ਜਿਹੜੇ ਆਲੇ ਦੁਆਲੇ ਦੇ ਲੋਕ ਜੋ ਇਸ ਚੀਜ਼ ਨੂੰ ਅਪੋਜ਼ ਕਰ ਰਹੇ ਸੀਗੇ ਕਿ ਮੁਜਰਮਾਂ ਨੂੰ ਛੱਡੋ ਜੀ, ਇਹ ਠੀਕ ਹੈ ਇੱਦਾਂ, ਉਹ ਕੁਛ ਲੋਕਾਂ ਨੂੰ, ਕੁਛ ਐਸੇ ਯਾਨੀ ਕਿ ਨਫ਼ਰਤ ਦੀ ਜ਼ਹਿਨੀਅਤ ਵਾਲੇ ਲੋਕਾਂ ਨੂੰ ਅਗਰ ਆਪਾਂ ਛੱਡ ਦਈਏ ਤਾਂ ਬਾਕੀ ਸਾਰੇ ਹਿੰਦੁਸਤਾਨ ਦੇ ਵਿੱਚ ਔਰ ਪੂਰੇ ਵਰਲਡ ਦੇ ਵਿੱਚ ਸਾਰੇ ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਧਰਮਾਂ ਦੇ ਲੋਕਾਂ ਨੇ ਇਹ ਲੜਾਈ ਲੜੀ ਹੈ। ਮੈਂ ਅੱਜ ਤੱਕ ਮੈਂ ਕਈ ਵਾਰ ਹੈਰਾਨ ਹੁੰਦਾ ਵੀ ਮੈਂ ਕਈ ਮੇਰੇ ਐਸੇ ਹਿੰਦੂ ਬ੍ਰਦਰਸ ਵੀ ਨੇ ਜਿਨ੍ਹਾਂ ਦੀ ਅੱਜ ਤੱਕ ਹੁਣ ਤੱਕ ਵੀ ਪ੍ਰੋਫਾਈਲ ਵਿੱਚ ਜਸਟਿਸ ਫॉर ਆਸਿਫਾ ਦਾ ਲਿਖਿਆ ਹੋਇਆ ਉਹਦੇ 'ਤੇ। ਵੀ ਇਹ ਕਹਿਣ ਦਾ ਮਤਲਬ ਹੈ ਦੇਖੋ
ਹਰ ਬੰਦਾ ਜਿਹਦੇ ਅੰਦਰ ਇਨਸਾਨੀਅਤ ਹੈ, ਹਰ ਬੰਦਾ ਜਿਹਦੇ ਅੰਦਰ ਦਿਲ ਹੈ, ਕੋਈ ਵੀ, ਮੈਂ ਤੁਹਾਨੂੰ ਕਹਿਣਾ ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਅਗਰ ਸਹੀ ਆਪਾਂ ਨੇ ਇੱਕ ਸੇਧ ਦੇਣੀ ਹੈ ਸਮਾਜ ਨੂੰ, ਔਰ ਸਿਕਿਉਰਿਟੀ ਔਰਤਾਂ ਦੀ ਅਗਰ ਆਪਾਂ ਨੇ ਸਹੀ ਤਰੀਕੇ ਨਾਲ, ਠੀਕ ਹੈ, ਆਪਾਂ ਚਾਹੁੰਦੇ ਹਾਂ ਇਨਸ਼ੋਰ ਹੋਣਾ ਚਾਹੁੰਦੇ ਹਾਂ ਆਪਾਂ, ਠੀਕ ਹੈ, ਅਸ਼ੋਰੈਂਸ ਇਸੇ ਚੀਜ਼ ਨਾਲ ਸਾਨੂੰ ਮਿਲ ਸਕਦੀ ਹੈ ਕਿ ਅਗਰ ਅਸੀਂ ਕ੍ਰਾਈਮ ਨੂੰ, ਜਿਹੜੇ ਐਸੇ ਕ੍ਰਾਈਮ ਹੁੰਦੇ ਨੇ ਉਹਨਾਂ ਨੂੰ ਧਰਮ ਦੇ ਨਾਲ ਕਦੇ ਨਾ ਜੋੜੀਏ, ਕਿਸੇ ਵੀ ਧਰਮ ਦੇ ਨਾਲ। ਜਦੋਂ ਅਸੀਂ ਕਿਸੇ ਮੁਜਰਮ ਨੂੰ ਉਹਦੇ ਵਿੱਚ ਉਹਦਾ ਧਰਮ ਦੇਖ ਕੇ ਸਿੰਪੈਥੀ ਦੇਣ ਲੱਗ ਜਾਂਦੇ ਹਾਂ, ਉੱਥੇ ਅਸੀਂ ਗਲਤ ਹੋ ਜਾਂਦੇ ਹਾਂ, ਕਿਉਂਕਿ ਉਹ ਜੋ ਮੁਜਰਮ ਹੈ ਉਹਦੀ ਫਿਤਰਤ ਦੇ ਵਿੱਚ ਜੁਰਮ ਹੈ। ਉਹ ਅਗਰ ਅੱਜ ਉਹਨੇ ਕਿਸੇ ਆੜ ਲੈ ਕੇ ਕਿਸੇ ਦੂਸਰੇ ਮਜ਼ਹਬ ਦੀ ਬੱਚੀ ਨਾਲ ਜਾਂ ਕਿਸੇ ਨਾਲ ਕੋਈ ਐਸਾ ਕ੍ਰਾਈਮ ਕੀਤਾ ਤਾਂ ਉਹ ਸੇਫ ਉਹਦੇ ਕੋਲ ਤੁਹਾਡੀਆਂ ਬੱਚੀਆਂ ਵੀ ਨਹੀਂ ਹੈ, ਠੀਕ ਹੈ, ਜਿਸ ਬੰਦੇ ਨੂੰ ਆਦਤ ਯਾਨੀ ਕਿ ਪੈ ਜਾਵੇ। ਇਸ ਲਈ ਐਸੇ ਮੈਂਟੈਲਿਟੀ ਦੇ ਲੋਕਾਂ ਨੂੰ ਸ਼ੈਲਟਰ ਦੇਣ ਦੀ ਬਜਾਏ ਸਾਨੂੰ ਇਹਨਾਂ ਦੇ ਖਿਲਾਫ ਖੜ੍ਹੇ ਹੋਣਾ ਪਊਗਾ, ਜਿਵੇਂ ਇਸ ਕੇਸ ਦੇ ਵਿੱਚ ਪੂਰਾ ਹਿੰਦੁਸਤਾਨ ਖੜ੍ਹਾ ਹੋਇਆ ਸੀਗਾ। ਤਾਂ ਇਸੇ ਵਜ੍ਹਾ ਕਰਕੇ ਅਸੀਂ ਮੰਨਦੇ ਹਾਂ। ਔਰ ਜਿਸ ਟਾਈਮ ਕੇਸ ਦਾ ਫੈਸਲਾ ਵੀ ਆਉਣਾ ਸੀ ਤਾਂ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਅਗਰ ਕੋਈ ਬੰਦਾ ਕੌਨਫੀਡੈਂਟ ਸੀਗਾ ਕਿ ਸਜ਼ਾ ਹੋਏਗੀ, ਤਾਂ ਜਦੋਂ ਅੰਦਰ ਐਂਟਰ ਹੋਣ ਲੱਗੇ ਸੀਗੇ ਉਸ ਟਾਈਮ ਵੀ ਮੀਡੀਆ ਨਾਲ ਗੱਲ ਹੋਈ ਸੀ ਤਾਂ ਉਹ ਪੁੱਛ ਰਹੇ ਸੀਗੇ ਕਿ ਤੁਸੀਂ ਦੱਸੋ ਜੀ ਵੀ ਕੀ ਬਣੇਗਾ, ਵੀ ਕਿਉਂਕਿ ਕੁਛ ਐਸੀਆਂ ਵੀ ਰੂਮਰਸ ਸੀਗੀਆਂ, ਕੁਝ ਅਫਵਾਹਾਂ ਪਹਿਲਾਂ ਉਡਾਈਆਂ ਗਈਆਂ ਸੀ ਕਿ ਜੋ ਉਹਨਾਂ ਨੂੰ ਬਰੀ ਕਰਤਾ ਜਾਂ ਬਰੀ ਕਰ ਰਹੇ ਨੇ। 2-3 ਦਿਨ ਪਹਿਲਾਂ ਇਹ ਚੀਜ਼ਾਂ ਵਾਇਰਲ ਹੋਣੀਆਂ ਸੀ, ਮਗਰ ਉਹ ਇੱਕ ਜ਼ਹਿਨ ਬਣਾਇਆ ਜਾ ਰਿਹਾ ਸੀਗਾ ਕਿ ਅਗਰ ਐਸਾ ਹੋ ਜਾਵੇ, ਲੋਕਾਂ ਦੇ ਇੱਕ ਇੰਜੈਕਸ਼ਨ ਲਗਾ ਕੇ ਚੈੱਕ ਕਰਦੇ ਰਹਿੰਦੇ ਨੇ ਵੀ ਵਾਰ-ਵਾਰ ਵੀ ਦੇਖੋ ਤਾਂ ਲੋਕ ਤੜਪਦੇ ਨੇ, ਕੀ ਕਹਿੰਦੇ ਨੇ, ਕੀ ਰਿਐਕਸ਼ਨ ਹੈ ਇਹਦਾ। ਤਾਂ ਉਹ ਚੀਜ਼ ਕਰਨ ਦੇ ਉਹਨਾਂ ਦਾ ਫੇਲ ਹੋ ਗਿਆ ਸੀ। ਉਹਨਾਂ ਨੇ ਦੇਖਿਆ ਕਿ ਲੋਕਾਂ ਦਾ ਰਿਐਕਸ਼ਨ ਬਹੁਤ, ਯਾਨੀ ਕਿ ਇਸ ਚੀਜ਼ ਦੇ ਵਾਸਤੇ ਜਿਹੜਾ ਆਊਟ ਆਫ ਕੰਟਰੋਲ ਹੋ ਜਾਣਾ ਅਗਰ ਕੋਈ ਐਸਾ ਹੋਇਆ ਤਾਂ, ਠੀਕ ਹੈ, ਸਰਕਾਰਾਂ ਨੂੰ ਵੀ ਪਤਾ ਸੀ ਤਾਂ। ਬਟ ਜੋ ਉੱਥੇ ਦੇਖੋ ਕੋਰਟ ਦੇ ਵਿੱਚ ਜੋ ਟਰਾਇਲ ਹੋਇਆ ਬਹੁਤ ਫੇਅਰ ਟਰਾਇਲ ਹੋਇਆ। ਅਸੀਂ ਸ਼ੁਕਰਗੁਜ਼ਾਰ ਹਾਂ ਸਾਰੇ ਜਿਹੜੇ ਬੰਦਿਆਂ ਨੇ, ਕ੍ਰਾਈਮ ਬ੍ਰਾਂਚ ਦੀ ਟੀਮ ਦਾ, ਔਰ ਸਾਰੇ ਜਿੰਨੇ ਮੇਰੇ ਨਾਲ ਉੱਥੇ ਕੁਲੀਗ ਸੀਗੇ, ਵਕੀਲ ਭਾਈਚਾਰੇ ਦਾ, ਜਿਨ੍ਹਾਂ ਨੇ ਇਨਸਾਫ ਦੀ ਇਸ ਜੰਗ ਦੇ ਵਿੱਚ ਲੜਾਈ ਲੜੀ ਹੈ ਇਹ। ਔਰ ਬਲਕਿ ਉਸ ਟਾਈਮ ਵੀ ਮੈਂ ਇਹ ਗੱਲ ਕਹੀ ਸੀ, ਮੈਂ ਕਿ ਅੱਜ ਮੈਂ ਪੂਰਾ ਕੌਨਫੀਡੈਂਟ ਹਾਂ ਕਿ ਇਹਨਾਂ ਨੂੰ ਸਜ਼ਾ ਮਿਲੇਗੀ। ਔਰ ਸੱਤਿਅਮੇਵ ਜਯਤੇ, ਮੈਂ ਕਿਹਾ ਸਾਡਾ ਜਿਹੜਾ ਇੱਕ ਸੰਵਿਧਾਨ ਆ ਉਹਦੇ 'ਤੇ ਜਿਹੜਾ ਆਪਣਾ ਇੱਕ ਉਹ 3 ਸ਼ੇਰਾਂ ਦੇ ਨੀਚੇ ਤੁਸੀਂ ਇੱਕ ਉਹ ਪੜ੍ਹਿਆ ਹੋਣਾ, ਜੇ ਤੁਸੀਂ ਸਿੱਕੇ ਦੇ ਉੱਪਰ ਵੀ ਦੇਖੋਗੇ, ਬਿਲਕੁਲ ਸੱਤਿਅਮੇਵ ਜਯਤੇ, ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਤਾਂ ਸੱਚ ਦੀ ਹਮੇਸ਼ਾ ਦੀ ਹੀ ਜਿੱਤ ਹੋਈ ਸੀਗੀ ਉਸ ਟਾਈਮ ਵੀ। ਔਰ ਇਹ ਜਿੱਤ ਹੋਈ ਸੀਗੀ ਹਰ ਉਸ ਇਨਸਾਨ ਦੀ, ਹਿੰਦੂ, ਮੁਸਲਿਮ, ਸਿੱਖ, ਈਸਾਈ, ਹਰ ਉਸ ਬੰਦੇ ਦੀ ਜਿੱਤ ਹੋਈ ਸੀ ਜਿਹੜੇ ਬੰਦਿਆਂ ਨੇ ਇਹ ਲੜਾਈ ਲੜਨ ਵਾਸਤੇ ਕੋਈ ਨਾ ਕੋਈ, ਚਾਹੇ ਛੋਟੀ ਤੋਂ ਛੋਟੀ ਚਾਹੇ ਵੱਡੀ ਤੋਂ ਵੱਡੀ ਐਫਰਟ ਕੀਤੀ ਹੈ। ਇਹ ਠੀਕ ਹੈ, ਸਾਨੂੰ ਰੱਬ ਨੇ ਮੌਕਾ ਦਿੱਤਾ, ਸਾਡੀ ਇਹ ਡਿਊਟੀ ਲਾਤੀ ਰੱਬ ਨੇ ਕਿ ਅਸੀਂ ਜਾ ਕੇ ਉੱਥੇ, ਠੀਕ ਹੈ, ਫਿਜ਼ੀਕਲੀ ਇਹਦੇ ਵਿੱਚ ਵੀ, ਮਗਰ ਉਹ ਲੋਕ ਜਿਹੜੇ ਦਿਲੋਂ ਨਾਲ ਸੀਗੇ, ਜਾਂ ਕਈ ਮੈਡਮ ਇੰਦਰਾ ਜੈ ਸਿੰਘ ਨੇ, ਮੈਡਮ ਸੰਗੀਤਾ ਮਦਾਨ ਦਿੱਲੀ ਬੈਠੇ ਸੀਗੇ। ਮੈਡਮ ਇੰਦਰਾ ਜੈ ਸਿੰਘ ਮੈਡਮ ਨੇ ਇਹ ਕੇਸ ਸਭ ਤੋਂ, ਜਿਨ੍ਹਾਂ ਦਾ ਮੈਂ ਇਸ ਕੇਸ ਦੇ ਵਿੱਚ ਬੜਾ ਕੰਟਰੀਬਿਊਸ਼ਨ ਮੰਨੂੰਗਾ ਇਨਸਾਫ ਲੈਣ ਦੇ ਵਿੱਚ, ਉਹ ਮੈਡਮ ਇੰਦਰਾ ਜੈ ਸਿੰਘ ਨੇ, ਜਿਨ੍ਹਾਂ ਨੇ ਇਹ ਕੇਸ ਉੱਥੋਂ ਸੁਪਰੀਮ ਕੋਰਟ ਦੇ ਵਿੱਚੋਂ, ਮਾਨਯੋਗ ਸੁਪਰੀਮ ਕੋਰਟ ਤੋਂ ਇਹ ਕੇਸ ਸਟੇਟ ਚੋਂ ਇੱਕ ਦੇ ਵਿੱਚੋਂ ਦੂਸਰੇ ਟ੍ਰਾਂਸਫਰ ਕਰਵਾਤਾ। ਬਿਲਕੁਲ, ਜਿਹੜਾ ਕਿ ਬਹੁਤ ਘੱਟ, ਹਾਂਜੀ ਘੱਟ ਤੁਹਾਨੂੰ ਦੇਖਿਆ ਹੋਊਗਾ ਕੇਸਾਂ ਦੇ ਵਿੱਚ ਹੋਇਆ। ਔਰ ਪੂਰੀ ਟੀਮ ਜਿਹੜੇ ਦੇਖੋ, ਜਿਨ੍ਹਾਂ ਦੇ ਵਿੱਚ ਜਿਹੜੇ ਸੋਸ਼ਲ ਐਕਟੀਵਿਸਟ ਨੇ, ਜਿਨ੍ਹਾਂ ਦੇ ਵਿੱਚ ਇਨਸਾਨੀਅਤ ਜ਼ਿੰਦਾ ਹੈ, ਉਹ ਹਰ ਬੰਦਾ ਇਹਦੇ ਵਿੱਚ ਮਦਦ ਕਰਦਾ ਸੀ। ਮੈਡਮ ਸੀ ਸੰਗੀਤਾ ਮਦਾਨ ਮੈਡਮ ਸੀਗੇ, ਉਹਨਾਂ ਦਾ ਵੀ ਮੈਨੂੰ ਰੈਗੂਲਰ ਕਾਲਸ ਆਉਂਦੀਆਂ ਸੀ ਦਿੱਲੀ ਤੋਂ। ਹੋਰ ਕਈ ਅਸਦ ਹਯਾਤ ਸਾਹਿਬ ਐਡਵੋਕੇਟ, ਠੀਕ ਹੈ, ਉਹਨਾਂ ਦੇ ਵੀ ਕਾਫੀ, ਯਾਨੀ ਕਿ ਹਰ ਬੰਦੇ ਦਾ ਇੱਕ ਫਿਕਰ ਸੀਗੀ ਹਰ ਬੰਦੇ ਨੂੰ ਕਿ ਯਾਰ ਇਹਦੇ ਵਿੱਚ ਜੋ ਇੰਨਾ, ਠੀਕ ਹੈ, ਦਰਦਨਾਕ ਹਾਦਸਾ ਹੋਇਆ ਇਹ, ਵੀ ਇਹਦੇ ਵਿੱਚ ਜਿਹੜੇ ਮੁਜਰਮ ਨੇ ਉਹ ਕੋਈ ਬਚਣੇ ਨਹੀਂ ਚਾਹੀਦੇ। ਔਰ ਅਲਟੀਮੇਟਲੀ ਸਜ਼ਾ ਉਹਨਾਂ ਨੂੰ ਹੋਈ ਹੈ। ਤੁਸੀਂ ਆਪਣੇ ਕਲੀਗਸ ਦਾ ਜ਼ਿਕਰ ਕਰਦੇ ਹੋ ਨਾ, ਇੱਕ ਪਾਸੇ ਜਿਵੇਂ ਤੁਸੀਂ ਦੱਸਿਆ ਹੀ ਸੀ ਕਿ ਇੱਕ ਪਾਸੇ 57 ਵਕੀਲ ਸੀ ਤੇ ਤੁਸੀਂ ਹੈ ਨਾ, ਇੱਕ ਪਾਸੇ ਤੁਸੀਂ ਉਹ ਤੁਹਾਡੇ ਨਾਲ ਜਿਹੜੇ ਤੁਹਾਡੇ ਸਾਥ ਦੇਣ ਵਾਲੇ ਵਕੀਲ ਨੇ। ਜਦੋਂ ਕੇਸ 'ਤੇ ਆਪਾਂ ਮੀਡੀਆ 'ਚ ਆਈਆਂ ਖਬਰਾਂ 'ਤੇ ਵੀ ਮੈਂ ਗੱਲ ਕਰਾਂ ਤਾਂ ਇੱਕ ਪਾਸੇ ਉਹ ਬਾਰ ਐਸੋਸੀਏਸ਼ਨ ਵੀ ਸੀ ਜਿਹੜੀ ਕਿ ਇਹਨਾਂ ਲੋਕਾਂ ਦੇ ਪੱਖ 'ਚ ਖੜੀ ਸੀ, ਹੈ ਨਾ। ਦੂਸਰੇ ਪਾਸੇ ਤੁਹਾਡੇ ਵਰਗੇ ਲੋਕ ਸੀ ਜਿਹੜੇ ਜਿਨ੍ਹਾਂ ਦੀ, ਜੇ ਮੈਂ ਨਾ ਜ਼ਿਕਰ ਕਰਾਂ ਤਾਂ ਅਧੂਰਾ ਲੱਗਦਾ ਕਿ ਦੀਪਿਕਾ ਰਾਜਾਵਤ, ਜਿਨ੍ਹਾਂ ਨੇ ਬਹੁਤ ਵੱਡੀ ਭੂਮਿਕਾ ਇਸ ਕੇਸ 'ਚ ਤੁਹਾਡੇ ਨਾਲ ਨਿਭਾਈ ਆ, ਉਹਨਾਂ ਨੇ ਹਮੇਸ਼ਾ ਮੀਡੀਆ ਇੰਟਰਵਿਊਜ਼ ਦੇ ਦੌਰਾਨ ਜ਼ਿਕਰ ਕੀਤਾ ਕਿ ਉਹਨਾਂ ਨੂੰ ਥ੍ਰੈਟ ਕਾਲਸ ਵੀ ਆਉਂਦੀਆਂ ਰਹੀਆਂ, ਧਮਕੀਆਂ ਆਉਂਦੀਆਂ ਰਹੀਆਂ ਕਿ ਇਸ ਕੇਸ ਤੋਂ ਜਿਹੜੀ ਦੂਰੀ ਬਣਾ ਲਈ ਜਾਵੇ। ਕਿ ਤੁਹਾਨੂੰ ਵੀ ਇਹ ਚੀਜ਼ਾਂ ਫੇਸ ਕਰਨੀਆਂ ਪਈਆਂ, ਜਾਂ ਸਿਰਫ ਇਹ ਹੁੰਦਾ ਕਿ ਜ਼ਿਆਦਾਤਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਔਰਤਾਂ ਨਾਲ ਵਾਪਰਦੀਆਂ ਨੇ?
ਦੇਖੋ ਕੋਈ ਵੀ ਜਦੋਂ ਤੁਸੀਂ ਐਸੇ ਕੇਸ ਦੇ ਵਿੱਚ ਤੁਸੀਂ ਜੁੜਦੇ ਹੋ ਤਾਂ ਥ੍ਰੈਟਸ ਤਾਂ ਹਮੇਸ਼ਾ ਤੁਹਾਡੇ ਨਾਲ ਰਹਿੰਦੇ ਹੀ ਨੇ, ਠੀਕ ਹੈ। ਉਹਦੇ ਵਿੱਚ ਮੈਂ ਪਹਿਲਾਂ ਵੀ ਮੀਡੀਆ ਦੇ ਉਹਦੇ ਜ਼ਰੀਏ ਇੱਕ ਵਾਰੀ ਦੱਸ ਚੁੱਕਿਆ ਕਿ ਖੁਦ ਮੇਰੀ ਗੱਡੀ ਦੇ ਉੱਪਰ ਵੀ ਪੱਥਰ ਪਏ ਨੇ ਜਦੋਂ ਟਰਾਇਲ ਲਈ ਜਾਂਦੇ ਸੀਗੇ, ਠੀਕ ਹੈ। ਔਰ ਖੁਦ ਜਿਸ ਟਾਈਮ ਜਿਸ ਦਿਨ ਜਜਮੈਂਟ ਸੀਗੀ ਆਉਣੀ ਸੀ ਤਾਂ ਉਸ ਦਿਨ ਵੀ ਬਕਾਇਦਾ ਬਲਕਿ ਉਸ ਤੋਂ ਸੈਕਿੰਡ ਲਾਸਟ ਜਿਹੜੀ ਉਹ ਸੀਗੀ ਪੇਸ਼ ਉਸ ਦਿਨ ਵੀ ਇੱਕ ਫਾਸਟ ਯਾਨੀ ਕਿ ਕਾਰ ਵੱਲੋਂ ਮੇਰੇ ਉੱਪਰ ਜਦੋਂ ਰੋਡ ਕ੍ਰਾਸ ਕਰ ਰਹੇ ਸੀ, ਮੈਂ ਆਪਣੀ ਗੱਡੀ ਚੱਕਣ ਜਾ ਰਿਹਾ, ਉਸ ਟਾਈਮ ਵੀ ਯਾਨੀ ਕਿ ਮੇਰੇ ਉੱਪਰ ਚੜ੍ਹਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ। ਬਟ ਮੈਂ ਚਲੋ ਇਹਨਾਂ ਚੀਜ਼ਾਂ ਨੂੰ, ਇਹ ਮਾਮੂਲੀ ਚੀਜ਼ਾਂ ਨੂੰ ਜਾਂ ਡਰਾਉਣ ਦੀ ਜਾਂ ਵਟਐਵਰ ਕੁਝ ਵੀ, ਤਾਂ ਜਦੋਂ ਅਸੀਂ ਇੱਕ ਕੇਸ ਲੈ ਲਿਆ, ਇੱਕ ਆਪਾਂ ਟਰੈਕ 'ਤੇ ਤੁਰ ਪਏ, ਠੀਕ ਹੈ, ਤਾਂ ਫਿਰ ਇਹ ਚੀਜ਼ਾਂ ਨੋਰਮਲ ਨੇ। ਇਹ ਮੀਲ ਦੇ ਜਿਹੜੇ ਆ ਰਸਤੇ ਦੇ ਸੌਰੀ ਪੱਥਰ ਨੇ ਨਾ ਜਿਹੜੇ, ਇਹ ਤਾਂ ਆਉਣੀਆਂ ਨੇ, ਠੋਕਰਾਂ ਤਾਂ ਲੱਗਣੀਆਂ ਲੱਗਣ। ਜਾਂ ਫਿਰ ਜੇ ਆਪਾਂ ਘਰੋਂ ਜੇ ਇੰਨੀ ਆਪਾਂ ਨੂੰ ਦੇਖੋ ਮੈਂ ਆਪਣੀ ਗੱਲ ਕਰ ਰਿਹਾ, ਅਗਰ ਮੈਨੂੰ ਇੰਨੀ ਜ਼ਿਆਦਾ ਫਿਕਰ ਹੈ ਕਿ ਹਾਂ ਜੀ ਨਹੀਂ ਇੱਦਾਂ ਹੋ ਜਾਏਗਾ, ਮੈਂ ਫੇਸ ਕਰ ਰਿਹਾ ਕੇਸ ਤੋਂ ਬਾਅਦ ਜਿਹਦੇ 'ਤੇ ਮੇਰੇ 'ਤੇ ਅੱਜ ਤੱਕ ਇੱਕ 751 ਦਾ ਵੀ ਕੇਸ ਨਹੀਂ ਸੀਗਾ, ਠੀਕ ਹੈ, ਕਿ ਮਾਮੂਲੀ ਆਪਾਂ ਮੰਨਦੇ ਹਾਂ ਉਹਨੂੰ ਕੇਸ, ਠੀਕ ਹੈ, 107 151 CRP। ਮਗਰ ਉਸ ਤੋਂ ਬਾਅਦ ਮੈਨੂੰ ਖੁਦ ਵਿਕਟਿਮ ਬਣਾਇਆ ਗਿਆ, ਮੇਰੇ ਉੱਪਰ ਖੁਦ 4 ਪਰਚੇ ਦਰਜ ਕਰਵਾ ਦਿੱਤੇ ਗਏ ਨੇ। ਕਿਹਨੂੰ ਕਹਾਂ, ਠੀਕ ਹੈ, ਕਿਹੜੀਆਂ ਸਰਕਾਰਾਂ ਕੋਈ ਹਾਮੀ ਭਰਦੇ ਨੇ ਕਿ ਹਾਂ ਜੀ ਅਸੀਂ ਮੁਸਲਮਾਨਾਂ ਦੇ ਹਾਮੀ ਆ, ਉਹ ਹਾਂ, ਠੀਕ ਹੈ, ਇਹ ਕਿਹਨਾਂ ਦੀਆਂ ਸਰਕਾਰਾਂ ਨੇ ਇੱਥੇ, ਠੀਕ ਹੈ, ਕੌਣ ਨੇ? ਔਰ ਮੇਰੀ ਆਵਾਜ਼ ਜਿੱਥੇ ਮਰਜ਼ੀ ਮੈਂ ਜਾ ਰਿਹਾ, ਉਸ ਤੋਂ ਬਾਅਦ ਜਿਸ ਦਿਨ ਕੇਸ ਦਾ ਫੈਸਲਾ ਆਇਆ ਉਸ ਤੋਂ ਇਮੀਡੀਏਟਲੀ ਬਾਅਦ, ਮੈਂ ਉਸ ਤੋਂ ਪਹਿਲਾਂ ਸਹੀ ਸੀ, ਸਾਰਾ ਕੁਝ ਸਹੀ ਸੀ, ਉਹ ਇਮੀਡੀਏਟਲੀ ਮੈਨੂੰ ਇੰਨਾ ਪ੍ਰੋਪੋਗੇਟ ਕੀਤਾ ਗਿਆ, ਬਹੁਤ ਮੇਰੇ 'ਤੇ ਐਸੇ ਐਲੀਗੇਸ਼ਨ ਜਿਹੜੇ ਕਦੇ ਜ਼ਿੰਦਗੀ ਸੋਚੇ ਵੀ ਨਹੀਂ, ਔਰ ਉਹ ਮੈਨੂੰ ਉਸ ਤਰੀਕੇ ਦਾ ਉਹ ਬਣਾ ਕੇ ਪੇਸ਼ ਕੀਤਾ ਗਿਆ ਇੱਕ ਪੂਰੀ ਕੌਨਸਪੀਰੇਸੀ ਦੇ ਨਾਲ। ਫਿਰ ਪਿੱਛੇ ਉਹਦੇ ਬੜੀਆਂ ਤਾਕਤਾਂ ਵੀ ਨੇ, ਠੀਕ ਹੈ। ਮੈਂ ਕੋਈ ਗੱਲ ਨਹੀਂ, ਟਾਈਮ ਆਊਗਾ, ਮੈਂ ਡਰਦਾ ਨਹੀਂ ਕਿਸੇ ਤੋਂ, ਠੀਕ ਹੈ। ਅਗਰ ਭੁਲੇਖੇ ਦੇ ਵਿੱਚ ਹੋਵੇ ਕਿ ਹਾਂ ਵੀ ਜੇ ਮੈਂ ਉੱਥੇ ਜਾ ਸਕਦਾ ਤਾਂ ਮੈਂ ਜਿਸ ਦਿਨ ਕੰਮ ਇਸ ਤਰੀਕੇ ਦੇ ਕਰਨ ਲੱਗਿਆ ਸੀਗਾ ਕਿ ਆਪਣੀ ਕਮਿਊਨਿਟੀ ਵਾਸਤੇ, ਆਪਣੀ, ਠੀਕ ਹੈ, ਆਪਣੇ ਲੋਕਾਂ ਵਾਸਤੇ, ਤਾਂ ਮੈਂ ਉਸ ਦਿਨ ਹੀ ਸਰ ਤੋਂ ਕਫਨ ਬੰਨ੍ਹਿਆ ਹੋਇਆ, ਮੈਨੂੰ ਕੋਈ ਇਸ਼ੂ ਨਹੀਂ ਹੈਗਾ। ਇਹ ਪਰਚਿਆਂ ਦਾ ਕੋਈ ਜਿਹੜੇ ਝੂਠੇ ਤਾਂ ਝੂਠੇ ਹੀ ਰਹਿਣਗੇ, ਇਹ ਕੋਈ ਗੱਲ ਨਹੀਂ। ਅੱਜ ਕੋਈ ਪਾਵਰ ਦੇ ਵਿੱਚ ਬੈਠਾ ਹੈ, ਪਾਵਰ ਹਮੇਸ਼ਾ ਨਹੀਂ ਰਹਿਣੀਆਂ, ਕੁਰਸੀਆਂ ਹਮੇਸ਼ਾ ਨਹੀਂ ਰਹਿਣੀਆਂ। ਮੈਂ ਤਾਂ ਇਹੀ ਲੋਕਾਂ ਨੂੰ ਗੁਜ਼ਾਰਿਸ਼ ਕਰੂੰਗਾ, ਨਾਲੇ ਉਹਨਾਂ ਨੂੰ ਵੀ ਗੁਜ਼ਾਰਿਸ਼ ਕਰੂੰਗਾ, ਅਗਰ ਤੁਹਾਨੂੰ ਕਿਸੇ ਨੇ, ਠੀਕ ਹੈ, ਅਗਰ ਤੁਹਾਨੂੰ ਰੱਬ ਵੱਲੋਂ ਇਹ ਤਾਕਤਾਂ ਮਿਲੀਆਂ ਨੇ, ਤੁਹਾਨੂੰ ਕੁਰਸੀਆਂ ਨਾਲ ਨਵਾਜ਼ਿਆ ਰੱਬ ਨੇ, ਇਹ ਕਿਸੇ ਦੀ ਭਲਾਈ ਵਾਸਤੇ ਕੰਮ ਕਰੋ, ਕਿਸੇ ਨੂੰ ਉੱਚਾ ਚੱਕਣ ਵਾਸਤੇ ਕੰਮ, ਕਿਸੇ ਨੂੰ ਦਬਾਉਣ ਵਾਸਤੇ, ਕਿਸੇ ਨੂੰ ਸਪਰੈਸ ਕਰਨ ਵਾਸਤੇ, ਕਿਸੇ ਨੂੰ ਕੁਚਲਣ ਵਾਸਤੇ ਤੁਸੀਂ ਆਪਣੀ ਤਾਕਤ ਦਾ ਇਸਤੇਮਾਲ ਨਾ ਕਰੋ। ਇਹਦਾ ਜਵਾਬ ਇਨਸ਼ਾ ਅੱਲਾ ਮੇਰਾ ਯਕੀਨ ਹੈ ਇੱਥੇ ਵੀ ਦੇਣਾ ਪਊਗਾ ਦੁਨੀਆ ਦੇ ਵਿੱਚ, ਔਰ ਤੁਹਾਨੂੰ ਉੱਪਰ ਜਾ ਕੇ ਵੀ ਦੇਣਾ ਪਊਗਾ। ਇਸ ਲਈ ਇਹ ਚੀਜ਼ਾਂ ਨਾਲ ਹੀ ਨੇ ਜ਼ਿੰਦਗੀ ਦੇ ਵਿੱਚ, ਠੀਕ ਹੈ। ਕੋਈ ਨਹੀਂ ਤੁਹਾਡੀ ਦੇਖੋ ਖੁਦ ਅਸੀਂ ਆਵਾਜ਼ ਚੁੱਕਣ ਵਾਲੇ ਲੋਕਾਂ ਦੀ ਜਾਂ ਉਸ ਬੱਚੀ ਦੀ ਆਵਾਜ਼ ਚੁੱਕਣ, ਮੇਰੀ ਆਵਾਜ਼ ਮੈਂ ਅੱਜ ਅਗਰ ਕਿਸੇ ਨੂੰ ਆਫਿਸਰ ਨੂੰ, ਕਿਸੇ ਨੂੰ, ਪੁਲਿਸ ਨੂੰ ਮਿਲਾਂ ਤਾਂ ਮੈਨੂੰ ਨਹੀਂ ਜਲਦੀ, ਬਿਲਕੁਲ। ਕੁਝ ਆਫਿਸਰਸ ਹੈਗੇ ਨੇ ਜਿਹੜੇ ਸੁਣਦੇ ਨੇ, ਸਹੀ ਨੇ, ਇਮਾਨਦਾਰ, ਔਰ ਉਹ ਕਰਦੇ ਵੀ ਨੇ, ਸਹੀ ਨੂੰ ਸਹੀ ਕਹਿੰਦੇ ਨੇ, ਮਗਰ ਕੁਝ ਇੰਨੇ ਦਬਾਅ ਦੇ ਵਿੱਚ, ਇੰਨੇ ਉਹਦੇ 'ਚ, ਔਰ ਮੈਂ ਬਲਕਿ CM ਸਾਹਿਬ ਨੂੰ ਵੀ ਕਈ ਵਾਰੀ ਲੈਟਰ ਵੀ ਪਾਉਣਾ, ਔਰ ਮੈਂ ਗੁਜ਼ਾਰਿਸ਼ ਵੀ ਕਰਦਾ ਅਗਰ ਕੋਈ ਮੇਰੀ ਆਵਾਜ਼ ਉੱਥੇ ਤੱਕ ਪਹੁੰਚਦੀ ਹੈ ਕਿ ਦੇਖੋ ਕਿੱਡਾ ਜ਼ਿਆਦਾ ਜ਼ੁਲਮ ਹੋ ਰਿਹਾ ਹੈ, ਕਿ ਜੋ ਲੋਕਾਂ ਦੀ ਆਵਾਜ਼ ਚੱਕ ਰਹੇ ਸੀ, ਲੜਾਈ ਲੜ ਰਹੇ ਸੀ, ਅੱਜ ਸਾਨੂੰ ਆਪਣੀ ਵਾਸਤੇ ਸਾਨੂੰ ਦੇਖੋ ਦਰ ਭਟਕਣਾ ਪੈ ਰਿਹਾ, ਠੀਕ ਹੈ, ਆਪਣੇ ਇਨਸਾਫ ਲੈਣ ਵਾਸਤੇ 4 ਝੂਠੇ ਪਰਚੇ। ਔਰ ਕੋਈ ਇੱਕ ਆਫਿਸਰ ਅਗਰ 20 ਮਿੰਟ ਲਈ ਮੈਨੂੰ ਉਹ ਕਰ ਦੇਵੇ, ਅਗਰ ਉਹ ਉੱਠ ਕੇ ਇਹ ਗੱਲ ਕਹਿ ਦੇਵੇ ਵੀ 1% ਵੀ ਇਹ ਪਰਚਾ ਕੋਈ ਸੱਚਾ ਹੈ, ਇੰਨਾ ਕੁ ਐਵੀਡੈਂਸ ਹੈ ਆਪਣੇ ਕੋਲ, ਤਾਂ ਜੋ ਸਜ਼ਾ ਕਹਿਣਗੇ ਮੈਂ ਉਹ ਭੁਗਤਣ ਨੂੰ ਤਿਆਰ ਹਾਂ। ਮਗਰ ਫਿਰ ਵੀ ਕੋਈ ਸੁਣਵਾਈ ਨਹੀਂ ਹੈ ਇੱਥੇ ਵੀ, ਮਗਰ ਫਿਰ ਵੀ ਲੜ ਰਹੇ ਹਾਂ। ਜ਼ਿੰਦਗੀ ਹੈ, ਲੜਨਾ। ਜ਼ਿੰਦਗੀ ਦੇ ਵਿੱਚ ਜਦੋਂ ਪੈਦਾ ਹੁੰਦੇ ਹੋ ਉਦੋਂ ਤੱਕ ਹਰ ਚੀਜ਼ ਲਈ ਤੁਹਾਨੂੰ ਹੱਕ ਲੈਣ ਲਈ ਆਪਣਾ ਲੜਨਾ ਪੈਂਦਾ। ਕਿਸੇ ਨੂੰ ਹੱਕ ਦਿਲਾਣਾ ਉਹ ਵੀ ਇੱਕ ਲੜਾਈ ਹੈ, ਆਪਣੇ ਲਈ ਲੜਨਾ, ਜ਼ੁਲਮ ਦੇ ਖਿਲਾਫ ਲੜਨਾ, ਕਿਸੇ ਸਾਹਮਣੇ ਘੁਟਨੇ ਨਹੀਂ ਟਿਕਣੇ, ਇਹ ਵੀ ਇੱਕ ਜੱਦੋ-ਜਹਿਦ ਹੈ। ਇੰਨਾ ਕੁਛ ਸਹਿ ਕੇ ਵੀ, ਮਤਲਬ ਤੁਸੀਂ ਜਿਹੜੀ ਗੱਲ ਦੱਸ ਰਹੇ ਹੋ ਨਾ, ਫਿਰ ਵੀ ਤੁਹਾਡੀ ਮਤਲਬ ਮੈਂ ਇਸ ਦਲੇਰੀ ਨੂੰ ਫਖਰ ਅਸੀਂ ਕਰ ਸਕਦੇ ਹਾਂ ਤੁਹਾਡੇ 'ਤੇ, ਕਿ ਜੇ ਤੁਹਾਡੇ ਵਰਗੇ ਲੋਕ ਨੇ ਜਿਹੜੇ ਸਮਾਜ ਦੇ ਵਿੱਚ ਆਪਣੇ ਫਰਜ਼ ਨੂੰ ਵਾਕਈ ਇਸ ਤਰੀਕੇ ਨਾਲ ਨਿਭਾਉਣ, ਤਾਂ ਸ਼ਾਇਦ ਇਹੋ ਜਿਹੇ ਜਿਹੜੇ ਕ੍ਰਾਈਮ ਨੇ ਉਹ ਬਹੁਤ ਜ਼ਿਆਦਾ ਘਟ ਜਾਣਗੇ। ਪਰ
ਇੱਥੇ ਇੱਕ ਗੱਲ ਮੈਂ ਹੋਰ ਵੀ ਤੁਹਾਨੂੰ ਪੁੱਛਣੀ ਚਾਹੂੰਗੀ ਕਿ ਜਦੋਂ ਮੈਂ ਤੁਹਾਡੇ ਅੰਮੀ ਨਾਲ ਗੱਲ ਕਰ ਰਹੀ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਜਿਸ ਦਿਨ ਇਸ ਕੇਸ ਦਾ ਫੈਸਲਾ ਆਇਆ ਹੈ ਨਾ, ਉਹਨਾਂ ਨੇ 5000 ਰੁਪਏ ਤੁਹਾਨੂੰ ਤੋਹਫੇ ਵਜੋਂ। ਸਭ ਤੋਂ ਬੜੀ ਮੇਰੀ ਜਿਹੜੀ ਸੀਗੀ ਇਹ। ਬਿਲਕੁਲ। ਹਾਂਜੀ ਹਾਂ, ਇਹਨਾਂ ਨੂੰ ਥੋੜਾ ਲੱਗਦਾ ਸੀਗਾ ਜਦੋਂ ਸੁਣਦੇ ਸੀਗੇ WhatsApp ਵਗੈਰਾ ਤੇ ਸੋਸ਼ਲ ਮੀਡੀਆ ਤੇ ਕੋਈ ਫੇਕ ਨਿਊਜ਼ ਜਿਵੇਂ ਚੱਲਦੀਆਂ ਨੇ ਤੇ ਮੁਜਰਮ ਬਰੀ ਕਰਤੇ ਜੀ ਉਹ ਕਰਤੇ, ਤਾਂ ਉਹਨਾਂ ਨੂੰ ਫਿਰ ਇਮੀਡੀਏਟਲੀ ਮੈਨੂੰ ਇੱਕ ਵਾਰੀ ਆ ਕੇ ਕਹਿੰਦੇ ਵੀ ਇੱਦਾਂ ਵੀ ਬਰੀ ਹੋ ਗਏ। ਮੈਂ ਕਿਹਾ ਨਹੀਂ, ਹਾਲੇ ਤਾਂ ਕੋਈ ਫੈਸਲਾ ਤਾਂ ਆਉਣਾ ਹਾਲੇ। ਤੇ ਕਹਿੰਦੇ ਦੇਖ ਮਿਹਨਤ ਤੇਰੀ ਬਹੁਤ ਹੋ ਗਿਆ, ਬਟ ਫਿਰ ਵੀ ਮੇਰੇ ਵੱਲੋਂ ਤੈਨੂੰ ਇੱਕ ਛੋਟਾ ਜਿਹਾ ਅਸੀਂ ਤਾਂ ਠੀਕ ਹੈ। ਜਿਸ ਦਿਨ ਫੈਸਲਾ ਆਇਆ ਮੈਂ ਔਰ ਮੈਨੂੰ ਉਹਨਾਂ ਨੇ ਬਿਲਕੁਲ ਇੱਕ ਬਹੁਤ ਖੁਸ਼ੀ ਦੀ ਇੱਕ ਤਰ੍ਹਾਂ ਦਾ ਇਮੋਸ਼ਨਲੀ ਉਹ ਸੀ। ਨਹੀਂ, ਇੱਕ ਮਾਂ ਹੋਣ ਦੇ ਨਾਤੇ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਨੇ ਤੁਹਾਡੇ ਤੇ ਇਸ ਚੀਜ਼ ਦੇਖੋ ਅਟੈਚਮੈਂਟ ਹੁੰਦੀ ਹੈ ਕਿਸੇ ਵੀ, ਜਦੋਂ ਤੁਸੀਂ ਕੋਈ ਵੀ ਗੱਲ ਕਰਦੇ ਹੋ। ਮੇਰੀ ਦੇਖੋ ਠੀਕ ਹੈ, ਜੋ ਸਪੋਰਟ ਆ ਮੇਰੇ ਵਾਈਫ, ਮੇਰੇ ਬੱਚੇ ਠੀਕ ਹੈ, ਜਾਂ ਮੇਰੇ ਪੇਰੈਂਟਸ ਨੇ, ਜਦੋਂ ਤੁਹਾਨੂੰ ਇਹ ਸਪੋਰਟ ਕਰਦੇ ਨੇ ਠੀਕ ਹੈ, ਤਾਂ ਉਹਦੇ ਨਾਲ ਤੁਹਾਡਾ ਹੌਸਲਾ ਵੱਧ ਜਾਂਦਾ। ਹਾਂਜੀ। ਇਸ ਕੇਸ ਦੇ ਵਿੱਚ ਹਰ ਜਦੋਂ ਫੈਸਲਾ ਆਉਣਾ ਸੀ ਤਾਂ ਹਰ ਉਹ ਮਾਂ ਜਿਹਦੀ ਬੱਚੀਆਂ ਸਮਝ ਲਓ ਬਾਹਰ ਜਾਂਦੀਆਂ ਨੇ, ਪੜ੍ਹਨ ਜਾਂਦੀਆਂ ਨੇ, ਹਰ ਉਹ ਮਾਂ ਦਾ ਇੱਕ ਸਮਝ ਲਓ ਇੱਕ ਉਹ ਸੀ ਵਿਚਾਰ ਸੀ ਜਾਂ ਉਹਨਾਂ ਦਾ ਇੱਕ ਖਾਹਿਸ਼ ਸੀ ਔਰ ਨਜ਼ਰਾਂ ਸੀਗੀਆਂ ਇਸ ਕੇਸ ਦੇ ਉੱਪਰ ਵੀ ਜਦੋਂ ਇਹਦਾ ਫੈਸਲਾ ਆਵੇ ਤਾਂ ਇਹ ਮੁਜਰਮ ਬਚਣੇ ਨਹੀਂ ਚਾਹੀਦੇ। ਤਾਂ ਮੈਂ ਕਹਿੰਦਾ ਹਰ ਉਹ ਮਾਂ ਦੀ ਦੁਆ ਰੰਗ ਲੈ ਕੇ ਆਈ ਸੀ, ਜਿਹੜੇ ਉਹ ਬੰਦਿਆਂ ਨੂੰ ਅਸੀਂ ਨਹੀਂ ਹਾਲੇ ਵੀ ਮੈਂ ਕਹਿੰਦਾ ਵੀ ਅਸੀਂ ਸੈਟਿਸਫਾਈ ਨਹੀਂ, ਮਗਰ ਚਲੋ ਜਿੰਨਾ ਵੀ ਹੋਇਆ, ਜਿੰਨਾ ਵੀ ਉਹਨਾਂ ਨੂੰ ਹਾਲੇ ਫਿਲਹਾਲ ਸਜ਼ਾ ਮਿਲੀ ਹੈ, ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇਹਨੂੰ ਹੋਰ ਜ਼ਿਆਦਾ ਠੀਕ ਹੈ ਜੋ ਇਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਉਣ ਦੀ ਉਹ ਅਸੀਂ ਕੋਸ਼ਿਸ਼ਾਂ ਸਾਡੀਆਂ ਜਾਰੀ ਨੇ। ਮਗਰ ਇਹ ਜਿਹੜੀ ਥੋੜ੍ਹੀ ਬਹੁਤ ਵੀ ਕਾਮਯਾਬੀ ਮਿਲੀ ਹੈ ਤਾਂ ਇਹਦੇ ਪਿੱਛੇ ਉਹ ਹਰ ਮਾਂ ਦੀ ਦੁਆ ਦਾ ਅਸਰ ਹੈ। ਇੰਨਾ ਜ਼ਿਆਦਾ ਜਿਹੜੀ ਸਰਕਾਰੀ ਹਮਾਇਤ ਹੋਣ ਤੋਂ ਬਾਅਦ ਵੀ ਹੈ ਨਾ, ਸਾਲ ਪਹਿਲਾਂ ਜੂਨ ਦੇ ਵਿੱਚ ਇਸ ਕੇਸ ਦਾ ਫੈਸਲਾ ਆਇਆ ਜਦੋਂ, ਤਾਂ 2 ਜਿਹੜੇ ਦੋਸ਼ੀ ਨੇ ਉਹਨਾਂ ਨੂੰ ਉਮਰ ਕੈਦ ਤੇ ਉਸ ਤੋਂ ਬਾਅਦ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ 2 ਨੂੰ ਜਿਹੜੀ 5-5 ਸਾਲ ਦੀ ਸਜ਼ਾ ਹੋਈ ਹੈ ਤੇ ਹੈ ਨਾ 4 ਨੂੰ। ਤੇ ਹੁਣ ਇਸ ਕੇਸ ਦਾ ਜਿਹੜਾ ਕਰੰਟ ਸਟੇਟਸ ਹੈ ਉਹ ਕੀ ਹੈ? ਕਿ ਉਹਨਾਂ ਨੇ ਉਸ ਤੋਂ ਅੱਗੇ ਕਿਤੇ ਅਪੀਲ ਹੈ ਜਿਹੜੀ ਉਹ ਕੀਤੀ ਗਈ ਹੈ, ਤੇ ਤੁਹਾਡੇ ਵੱਲੋਂ ਹੁਣ ਜਿਹੜੀ ਅਗਲਾ ਰੁਖ ਉਹ ਕਿਵੇਂ ਦਾ ਹੈ? ਉਹ ਅਪੀਲ ਜੋ ਜਿਹੜੇ ਦੋਸ਼ੀ ਸਾਬਤ ਹੋ ਗਏ ਜਿਹਨਾਂ ਉਹਨਾਂ ਵੱਲੋਂ ਵੀ ਅੱਗੇ ਕੀਤੀ ਗਈ ਹੈ ਔਰ ਸਾਡੇ ਵੱਲੋਂ ਵੀ ਜਿਹੜਾ ਇੱਕ ਬੰਦਾ ਬਰੀ ਕੀਤਾ ਗਿਆ ਉਹਦੇ ਖਿਲਾਫ ਔਰ ਇਹਨਾਂ ਦੀ ਜਿਹੜੀ ਸਜ਼ਾ ਹੈ ਉਹਦੀ ਇਨਹੈਂਸਮੈਂਟ ਵਾਸਤੇ ਮਾਨਯੋਗ ਹਾਈ ਕੋਰਟ ਦੇ ਵਿੱਚ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਅਸੀਂ ਅਪੀਲਾਂ ਫਾਈਲ ਕਰ ਦਿੱਤੀਆਂ ਨੇ। ਔਰ ਸਾਨੂੰ ਉਮੀਦ ਹੈ ਕਿ ਇਹਦੇ ਵਿੱਚ ਕਿ ਉਹ ਜਿਹੜਾ ਬਚਿਆ ਸੀਗਾ ਬਰੀ ਹੋਇਆ ਸੀਗਾ ਉਹਨੂੰ ਵੀ ਜੋ ਸਾਡੇ ਕੋਲ ਸਫੀਸ਼ੀਐਂਟ ਉਹਦੇ ਵਿੱਚ ਐਵੀਡੈਂਸ ਹੈਗਾ, ਔਨ ਰਿਕਾਰਡ ਵੀ ਹੈ, ਬਟ ਉਹ ਅਨਫੋਰਚੂਨੇਟਲੀ ਨਹੀਂ ਜਜਮੈਂਟ ਦੇ ਵਿੱਚ ਡਿਸਕਸ ਹੋਇਆ। ਤਾਂ ਉਹ ਪੁਆਇੰਟਸ ਦੇ ਉੱਪਰ ਹੀ ਅਸੀਂ ਅਗਲਾ ਜੋ ਹੈਗਾ ਆਪਣੀ ਸਟ੍ਰੈਟਜੀ ਉਹ ਬਣਾਈ ਹੋਈ ਹੈ ਕਿ ਕਿਸ ਤਰੀਕੇ ਦੇ ਨਾਲ ਇਹਨੂੰ ਅੱਗੇ ਲੈ ਕੇ ਜਾਣਾ। ਔਰ ਇੱਥੇ ਸਾਡੇ RS ਬੈਂਸ ਜੀ ਔਰ ਜਿਹੜੇ ਐਡਵੋਕੇਟ ਨੇ ਇੱਥੇ ਸੀਨੀਅਰ, ਉਹ ਸਾਡੇ ਨਾਲ ਇੱਥੇ ਮਾਨਯੋਗ ਹਾਈ ਕੋਰਟ ਦੇ ਵਿੱਚ ਅਪੀਲ ਫਾਈਲ ਕੀਤੀ ਗਈ ਉਹਨਾਂ ਵੱਲੋਂ ਵੀ। ਔਰ ਸਟੇਟ ਵੱਲੋਂ ਸ਼੍ਰੀ RS ਚੀਮਾ ਜੀ ਨੇ, ਉਹ ਜੰਮੂ ਐਂਡ ਕਸ਼ਮੀਰ ਸਟੇਟ ਵੱਲੋਂ ਉਹ ਪੇਸ਼ ਹੋ ਰਹੇ ਨੇ ਉਹਦੇ ਵਿੱਚ। ਹਾਂਜੀ। ਨਹੀਂ ਸਰ, ਅਸੀਂ ਹਮੇਸ਼ਾ ਚਾਹਾਂਗੇ ਕਿ ਤੁਹਾਡੇ ਵਰਗੇ ਲੋਕ ਨੇ ਜਿਹੜੇ ਇਸੇ ਤਰ੍ਹਾਂ ਜੁਰਮ ਦੇ ਖਿਲਾਫ ਇੱਕ ਥੰਮ ਬਣ ਕੇ ਖੜੇ ਰਹਿਣ, ਬਗੈਰ ਇਹ ਸੋਚਿਆ ਕਿ ਇਸ ਚੀਜ਼ ਦਾ ਮੁਨਾਫਾ ਜਾਂ ਕਿ ਫਿਰ ਕਿਹੜੇ ਜਿਹੜੇ ਘਾਟੇ ਨੇ ਉਹ ਤੁਹਾਨੂੰ ਪੈਣਗੇ ਜ਼ਿੰਦਗੀ ਦੇ ਵਿੱਚ, ਪਰ ਇਸ ਹੌਸਲੇ ਨੂੰ ਅਸੀਂ ਬਹੁਤ ਫਕਰ ਨਾਲ ਅਸੀਂ ਸਲਾਮ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਸਰ।